ਤੁਹਾਨੂੰ ਹਮੇਸ਼ਾ ਵੀ ਕਹਿੰਦਾ ਮੈਨੂੰ ਬੜੇ ਮੁਸ਼ਕਿਲ ਹੁੰਦੇ ਨੇ ਗੈਸਟ ਲੈ ਕੇ ਆਣੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਜੀ ਸਤਿ ਸ਼੍ਰੀ ਅਕਾਲ, ਵੈਲਕਮ ਟੂ ਦ ਲੇਟ ਸ਼ੋ। ਮੇਰਾ ਨਾਮ ਪਾਲ ਜਾਲੀ, ਹਮੇਸ਼ਾ ਦੀ ਤੁਹਾਡਾ ਸਵਾਗਤ ਕਰਦੇ ਹਾਂ। ਅਗਰ ਤੁਸੀਂ ਯੂਕੇ ਦੇ ਵਿੱਚ ਜਾਂ ਕਿਸੇ ਦੁਨੀਆ ਦੇ ਕੋਨੇ 'ਚ ਦੇਖਦੇ ਹੋ, ਬੜਾ ਨਿੱਘਾ ਸਵਾਗਤ। ਮੈਂ ਹਰ ਦਫਾ ਕਹਿੰਦਾ ਹੁੰਦਾ, ਇਹ ਵੀ ਲਫ਼ਜ਼ ਰਿਪੀਟ ਕਰਦਾ ਕਿ ਇਹ ਨਹੀਂ ਕਿ ਮੇਰਾ ਸ਼ੋਅ ਤਾਂ ਮੈਂ ਤੁਹਾਨੂੰ ਕਹਿੰਦਾ, ਮੇਰੀ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਇੰਸਪਾਇਰ ਕਰਦੇ ਮੇਰੇ ਗੈਸਟ ਦੇ ਨਾਲ ਇੰਟਰੋਡਕਸ਼ਨ ਗੈਸਟ ਲੈ ਕੇ ਆਉਂਦੇ ਆ ਕਿ ਥੋੜਾ ਫਾਇਦਾ ਹੋ ਸਕੇ। ਅੱਜ ਵੀ ਸ਼ੋਅ ਕੁਛ ਇੱਦਾਂ ਦਾਗਾ ਕਿ ਪਲੀਜ਼ ਦੇਖੋ, ਮੈਂ ਬਿਫੋਰ ਆਪਣੇ ਗੈਸਟ ਨੂੰ ਇੰਟਰੋਡਿਊਸ ਕਰਾਂ ਤੇ ਪਹਿਲਾਂ ਸਭ ਤੋਂ ਪਹਿਲਾਂ ਹਰ ਵੀਕ ਮੈਂ ਅਨਾਊਂਸਮੈਂਟ ਕਰਦਾ ਕਿ ਤੁਹਾਨੂੰ ਪਤਾ ਕਿ ਥੋੜ੍ਹੇ ਵੀਕ ਹੋ ਗਏ ਅਕਾਲ ਚੈਨਲ 'ਤੇ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਸਾਰੇ ਡਾਇਰੈਕਟ ਡੈਬਿਟ ਭਰੋ, ਕਿਉਂਕਿ ਤੁਹਾਨੂੰ ਪਤਾ ਕਿ ਇੰਡੀਆ ਦੇ ਵਿੱਚ ਸਾਡਾ YouTube ਜਿਹੜਾ ਚੈਨਲ ਆ ਬਲੌਕ ਕੀਤਾ ਗਿਆ। ਸਾਡੇ 40 ਸਟਾਫ ਮੈਂਬਰ ਜਿਨ੍ਹਾਂ ਦੀ ਫੈਮਲੀਆਂ ਪਲਦੀਆਂ ਨੇ, ਉਹਦੇ ਵਿੱਚੋਂ ਖਰਚਾ ਆਣ ਕੇ ਸਾਰਾ ਚੱਲਦਾ ਸੀਗਾ। ਸੋ ਉਹ ਟੋਟਲੀ ਬੰਦ ਹੋ ਗਿਆ, ਵਾਟ ਐਵਰ ਫੋਰ ਰੀਜ਼ਨ। ਇੰਡੀਆ ਦੇ ਵਿੱਚ ਤੁਹਾਨੂੰ ਪਤਾ ਕਦੋਂ ਖੁੱਲ੍ਹੇਗਾ ਕਦੋਂ ਨਹੀਂ ਖੁੱਲ੍ਹੇਗਾ, ਹਾਲੇ ਇਹ ਵੀ ਨਹੀਂ ਪਤਾ ਕਿ ਖੁੱਲ੍ਹੇਗਾ। ਤਾਂ ਬੜੀ ਲੋੜ ਹੈ ਜਿਨ੍ਹਾਂ ਨੇ ਤੁਸੀਂ ਡਾਇਰੈਕਟ ਡੈਬਿਟ ਸਾਈਨ ਕੀਤਾ ਔਰ ਜਿਹੜਾ ਤੁਸੀਂ ਨਵੇਂ ਕਰੋਗੇ। ਮੈਂ ਆਮ ਸੋ ਪ੍ਰਾਊਡ ਐਂਡ ਆਨਰਡ ਕਿ ਸਾਡੇ RGB ਇਲੈਕਟ੍ਰੋਨਿਕਸ ਵਾਲੇ ਮਿਸਟਰ ਪੀਟਰ ਦਿਗਵਾ ਜਿਹੜੇ ਉਹ ਮਾਲਕ ਨੇ, ਉਹਨਾਂ ਨੇ ਨਾ ਸਾਨੂੰ 50 ਇੰਚ HD TV ਤੁਸੀਂ ਸਕਰੀਨ 'ਤੇ ਦੇਖਦੇ ਪਏ ਹੋ, ਉਹਨਾਂ ਨੇ ਨਾ ਡੋਨੇਟ ਕੀਤੀ ਹੈ। ਸੋ ਅਸੀਂ ਮੈਂ ਜਿਹੜਾ ਰੈਫਰ ਕਰਨਾ ਉਹਦੀ ਡੇਟ ਮੈਂ ਕਿਸੇ ਇੱਕ ਦੋ ਵੀਕਾਂ 'ਚ ਅਨਾਊਂਸ ਕਰਾਂਗਾ। ਜਿੰਨਿਆਂ ਦੇ ਵੀ ਤੁਸੀਂ ਡਾਇਰੈਕਟ ਡੈਬਿਟ ਪੇ ਕਰਦੇ ਹੋ, ਜਿਹੜੇ ਤੁਸੀਂ ਨਵੇਂ ਸਾਈਨ ਕਰੋਗੇ, ਆਟੋਮੈਟਿਕ ਤੁਹਾਡਾ ਜਿਹੜਾ ਨਾਮ ਹੈ ਉਹ ਰੈਫਲ 'ਚ ਪਾਇਆ ਜਾਏਗਾ ਅਤੇ ਅਸੀਂ ਫਿਰ ਉਹਨਾਂ ਕੱਢ ਕੇ ਤੁਹਾਨੂੰ ਰੈਫਲ ਅਨਾਊਂਸ ਕਰਾਂਗੇ ਕਿ ਕਿਹਨੇ ਵਿਨ ਕੀਤੀ ਹੈ। ਅਤੇ ਅਸੀਂ ਡਾਇਰੈਕਟ ਡੈਬਿਟ ਜਿੱਦਾਂ ਭਰਨਾ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਅਗਰ ਤੁਹਾਨੂੰ ਨਹੀਂ ਪਤਾ, ਅਗਰ ਤੁਸੀਂ ਕਿਤੇ ਨਜ਼ਦੀਕ ਰਹਿੰਦੇ ਹੋ ਬਰਮਿੰਘਮ ਦੇ ਸਟੂਡੀਓ ਕੋਲ ਜਾਂ ਲੰਡਨ ਦੇ, ਪਲੀਜ਼ ਸਾਨੂੰ ਕਾਲ ਕਰੋ, ਅਸੀਂ ਤੁਹਾਨੂੰ ਆਣ ਕੇ ਐਕਸਪਲੇਨ ਕਰਦੇ। ਅਤੇ ਤੁਸੀਂ ਐਨੀਵੇ ਜਿਹੜਾ ਹੈਗਾ ਬੜਾ ਈਜ਼ੀ, ਤੁਸੀਂ ਕਾਲ ਕਰ ਲਓ, ਤੁਹਾਨੂੰ ਉੱਥੇ ਵੀ ਐਕਸਪਲੇਨ ਕਰ ਸਕਦੇ ਕਿ ਕਿੱਦਾਂ ਪੜ੍ਹਨਾ, ਬਹੁਤ ਆਸਾਨ ਹੈਗਾ। ਅਤੇ ਪਲੀਜ਼ ਤੁਸੀਂ ਸਪੋਰਟ ਕਰੋ। ਅਕਾਲ ਚੈਨਲ ਨੇ ਜਦੋਂ ਵੀ ਤੁਹਾਡੇ ਕੋਲ ਆਣ ਕੇ ਕੋਈ ਅਪੀਲ ਕੀਤੀ, ਤੁਸੀਂ ਹਮੇਸ਼ਾ ਉਤਰਿਓ, ਬੜੇ ਦਿਲ ਨਾਲ ਉਤਰਿਓ। ਅਤੇ ਇਹ ਮੌਕਾ ਇੱਕ ਹੈਗਾ ਜੋ ਕਿ ਅਪੀਲ ਹੈਗੀ ਹੈ ਸਾਡੇ 40 ਸਟਾਫ ਮੈਂਬਰ ਨੂੰ ਅਸੀਂ ਸਪੋਰਟ ਕਰਦੇ ਹਾਂ ਇੰਡੀਆ ਦੇ ਵਿੱਚ, ਉਹਨਾਂ ਦੇ ਫੈਮਲੀ, ਉਹਨਾਂ ਦੇ ਬੱਚੇ, ਹਰ ਤਰੀਕੇ ਨਾਲ ਇਫੈਕਟ ਹੁੰਦਾ। ਸੋ ਉਮੀਦ ਰੱਖਦਾ ਕਿ ਤੁਸੀਂ ਸਾਈਨ ਕਰੋਗੇ ਅਤੇ ਅਕਾਲ ਚੈਨਲ ਨੂੰ ਜਿੱਦਾਂ ਤੁਸੀਂ ਸਪੋਰਟ ਕਰਦੇ ਹਮੇਸ਼ਾ ਇੱਦਾਂ ਕਰਦੇ ਆਓਗੇ। ਥੈਂਕ ਯੂ, ਤੁਹਾਡੀ ਬਹੁਤ ਮਿਹਰਬਾਨੀ। ਚਲੋ, ਬਹੁਤ ਇੰਪੋਰਟੈਂਟ, ਮੈਂ ਹਮੇਸ਼ਾ ਵੇਟ ਕਰਦਾ ਹੁੰਦਾ ਕਿਉਂਕਿ ਕਈ ਦਫਾ ਤੁਹਾਨੂੰ ਹਮੇਸ਼ਾ ਵੀ ਕਹਿੰਦਾ ਮੈਨੂੰ ਬੜੇ ਮੁਸ਼ਕਿਲ ਹੁੰਦੇ ਨੇ ਗੈਸਟ ਲੈ ਕੇ ਆਉਣੇ। ਅੱਜ ਜਿਹੜਾ ਮੈਂ ਗੈਸਟ ਲੈ ਕੇ ਤੁਹਾਨੂੰ ਪਤਾ ਲੱਗ ਜਾਂਦਾ ਕਿਉਂ, ਬਿਕੋਜ਼ ਇਹ ਬੜਾ ਇੰਪੋਰਟੈਂਟ, ਸਭ ਇੰਪੋਰਟੈਂਟ ਕੰਮ ਕਰਦੇ ਨੇ, ਪਰ ਕਿਸੇ ਦਾ ਇੱਕ ਦੂਜੇ ਨਾਲੋਂ ਜ਼ਿਆਦਾ ਇੰਪੋਰਟੈਂਟ ਹੁੰਦਾ। ਮੇਰੇ ਪਾਸ ਆਪਣੇ ਆਰਮੀ ਤੋਂ ਬੰਦੇ ਆਏ ਨੇ, ਆਪਣਾ ਸਟਾਫ ਸਰਜਨ ਸਰਬਜੀਤ ਪਾਲ ਸਿੰਘ MB। ਭਾਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਜੀ ਪਹਿਲੇ ਤਾਂ ਨਾ ਮੈਂ ਤੁਹਾਡਾ ਯਾਰ, ਜਦੋਂ ਤੁਸੀਂ ਬੰਦੇ ਨਾ ਇੱਕ ਯੂਨੀਫਾਰਮ ਚਾਹੁੰਦੇ ਹੋ ਨਾ, ਕੋਈ ਵੀ ਹੋਵੇ ਦਿਲ ਖੁਸ਼ ਹੋ ਜਾਂਦਾ ਦੇਖ ਕੇ, ਬੰਦੇ ਨੂੰ ਫੀਲ ਹੁੰਦਾ ਕਿ ਕਿੰਨਾ ਪ੍ਰਾਊਡ ਮੂਮੈਂਟ ਹੈ। ਜੇ ਫਿਰ ਉੱਤੋਂ ਦਸਤਾਰ ਬੰਨੀ ਹੋ ਤਾਂ ਫਿਰ ਸੋਲੇ 'ਤੇ ਸੁਹਾਗਾ ਹੋ ਗਿਆ ਇੱਕਦਮ। ਬਿਲਕੁਲ ਭਾਜੀ, ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਤੁਹਾਡੇ ਵਿਊਅਰਸ ਨੇ ਦੇਸ਼ ਵਿਦੇਸ਼ਾਂ ਜਿੱਥੇ ਵੀ ਬਹਿ ਕੇ ਤੁਹਾਡਾ ਸ਼ੋਅ ਦੇਖ ਰਹੇ ਨੇ, ਮੈਂ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਦੂਜਾ ਤਹਿ ਦਿਲ ਧੰਨਵਾਦ ਕਿ ਤੁਸੀਂ ਸਾਨੂੰ ਮੌਕਾ ਦਿੰਦੇ ਹੋ ਐਜ਼ ਅ ਪਲੈਟਫਾਰਮ ਇਸ ਚੀਜ਼ ਨੂੰ ਯੂਜ਼ ਕਰਨ ਦਾ ਕਿ ਅਸੀਂ ਇਹ ਤੁਸੀਂ ਅਰਨ ਕੀਤਾ ਹੈ। ਯੂ ਨੋ ਓਨੈਸਟਲੀ ਦੇਖੋ, ਦਿਸ ਇਜ਼ ਮੇਰਾ ਕਹਿਣ ਦਾ, ਆਮ ਗਲੈਡ ਤੁਸੀਂ ਕਿਹਾ। ਇਹ ਕੋਈ ਸਕ੍ਰਿਪਟ ਨਹੀਂ ਬਣਾਈ ਹੁੰਦੀ, ਗੱਲਾਂ ਗੱਲਾਂ 'ਚ ਗੱਲ ਨਿਕਲ ਜਾਂਦੀ ਹੈ। ਉਹ ਮੇਰਾ ਸ਼ੁਕਰਾਨਾ ਕਰਦੇ ਨੇ ਕਿ ਮੈਨੂੰ ਇਨਵਾਈਟ ਉਹਨਾਂ ਨੂੰ ਕਰਨਾ ਪੈਂਦਾ, ਬਿਕੋਜ਼ ਜਿੱਥੇ ਉਹਦੇ 'ਤੇ ਬੈਠੇ ਨੇ ਨਾ, ਹੀ ਇਜ਼ ਅ ਰੋਲ ਮਾਡਲ ਆਪਣੇ ਬੱਚਿਆਂ ਲਈ। ਕਿ ਉੱਠੋ, ਤੁਸੀਂ ਦੇਖੋ, ਪਲੀਜ਼ ਆਪਣੇ ਬੱਚਿਆਂ ਨੂੰ ਕਿਹਾ ਕਰੋ ਮੇਰਾ ਸ਼ੋਅ ਦੇਖਿਆ ਕਰੋ, ਬਹੁਤ ਇੰਪੋਰਟੈਂਟ ਹੈ। ਅੱਜ ਅਸੀਂ ਰਿਕਰੂਟਮੈਂਟ ਆਰਮੀ ਦੇ ਕਰਾਂਗੇ ਸਿੱਧਾ ਕਿ ਕਿੱਦਾਂ ਹੁੰਦਾ, ਕੀ ਉਹਦੇ 'ਚ ਪੜ੍ਹਾਈ ਚਾਹੀਦੀ ਹੈ, ਕਿ ਪੈਸਾ ਖਰਚ ਹੁੰਦਾ ਕਿ ਨਹੀਂ ਹੁੰਦਾ, ਬਹੁਤ ਇੰਪੋਰਟੈਂਟ ਸ਼ੋਅ ਹੁੰਦਾ। ਅਤੇ ਪਹਿਲਾਂ ਅਸੀਂ ਇਹਨਾਂ ਦੇ ਬਾਰੇ ਗੱਲਬਾਤ ਕਰਾਂਗੇ, ਇਹਨਾਂ ਨੇ ਕਿਉਂ ਜੁਆਇਨ ਕੀਤੀ, ਕਿਉਂਕਿ ਮੇਰੇ ਆਦਤ ਹੁੰਦੀ ਮੈਂ ਉਹਦਾ ਨਿਚੋੜ ਕੱਢਦਾ ਹਰ ਚੀਜ਼ ਦਾ, ਜਦੋਂ ਬੰਦਾ ਕੋਈ ਕੰਮ ਕਰਦਾ, ਕਿਉਂ ਕਰਦਾ, ਕਾਹਤੇ ਕਰਦਾ। ਅਤੇ ਤੁਹਾਡੀ ਪੈਦਾਇਸ਼ ਕਿੱਥੇ ਦੀ ਹੈ ਵੈਸੇ? ਭਾਜੀ ਮੈਂ ਐਕਚੁਅਲੀ ਇੰਡੀਆ ਦੇ ਵਿੱਚੋਂ ਹਰਿਆਣਾ ਦਾ ਇੱਕ ਜਿਹੜਾ ਸਟੇਟ ਹੈ, ਉੱਥੇ ਇੱਕ ਜਿਹੜਾ ਸ਼ਹਿਰ ਹੈ ਅੰਬਾਲਾ ਕੈਂਟ, ਉਹਦੇ ਲਾਗੇ ਇੱਕ ਪਿੰਡ ਹੈਗਾ ਗਣੇਸ਼ਪੁਰ। ਹਾਂਜੀ, ਉੱਥੇ ਮੇਰੀ ਪੈਦਾਇਸ਼ ਹੋਈ ਸੀਗੀ। ਸੋ ਜਿਹੜੀ ਮੇਰੀ ਸਾਰੀ ਸਕੂਲਿੰਗ ਵਗੈਰਾ ਉੱਥੇ ਹੀ ਪਿੰਡ ਦੇ ਵਿੱਚ ਹੋਈ ਹੈ, ਹਾਈ ਸਕੂਲ ਤੱਕ। ਉਸ ਤੋਂ ਬਾਅਦ ਫਿਰ ਜਦੋਂ ਸੈਕੰਡਰੀ ਸਕੂਲ ਸ਼ੁਰੂ ਕੀਤਾ, ਫਿਰ ਅਸੀਂ ਜਿਹੜਾ ਲਾਗੇ ਸ਼ਹਿਰ ਪੈਂਦਾ ਸੀ ਅੰਬਾਲਾ ਕੈਂਟ, ਉੱਥੇ ਜਾਣਾ ਸ਼ੁਰੂ ਕੀਤਾ। ਸੋ ਦੋਵੇਂ ਚੀਜ਼ਾਂ ਦੇਖੀਆਂ ਹੋਈਆਂ, ਪਿੰਡ ਦਾ ਮਾਹੌਲ ਵੀ, ਪਿੰਡ ਦੇ ਵੀ ਪੜ੍ਹੇ ਹੋਏ ਆ, ਤਾਂ ਕਰਕੇ ਉਹ ਸਾਨੂੰ ਉਸ ਚੀਜ਼ ਦਾ ਪਤਾ ਹੈ ਕਿ ਹਾਊ ਟੂ ਬੀ ਮੋਰ ਹੰਬਲ। ਜਾਂ ਤੁਸੀਂ ਕਿਉਂਕਿ ਇੱਦਾਂ ਹੁੰਦਾ ਭਾਈ, ਜੋ ਤੁਸੀਂ ਇੱਕ ਇਹੋ ਜਿਹੇ ਮਾਹੌਲ 'ਚੋਂ ਆਉਂਦੇ ਹੋ ਨਾ ਜਿੱਥੇ ਤੁਹਾਨੂੰ ਤੁਸੀਂ ਸਟਰਗਲ ਦੇਖਿਆ ਹੁੰਦਾ, ਤੁਸੀਂ ਫਿਰ ਜ਼ਿਆਦਾ ਫੋਕਸ ਹੋ ਜਾਂਦੇ ਹੋ। ਐਬਸੋਲੂਟਲੀ। ਫਿਰ ਤੁਸੀਂ ਆਪਣੇ ਆਪ ਨੂੰ ਮੋਟੀਵੇਟ ਕਰਦੇ ਹੋ, ਆਪਣੇ ਆਪ ਨੂੰ ਓਪਰਚੁਨਿਟੀਜ਼ ਲੱਭਦੇ ਹੋ ਵੀ ਕਿ ਮੈਂ ਆਪਣਾ ਫਿਊਚਰ ਕਿੱਦਾਂ ਸਿਕਿਉਰ ਕਰ ਸਕਦਾ।
ਠੀਕ ਹੈ। ਫਿਰ ਉਸ ਤੋਂ ਤੁਸੀਂ ਆਪਣੇ ਸੁਪਨੇ ਜਿਹੜੇ ਤੁਹਾਡੇ ਹੁੰਦੇ ਨੇ, ਜੋ ਤੁਹਾਡਾ ਪੈਸ਼ਨ ਹੁੰਦਾ ਹੈ, ਤੁਸੀਂ ਉਸ ਚੀਜ਼ ਨੂੰ ਜ਼ਿਆਦਾ ਮਤਲਬ ਪਛਾਣ ਕੇ ਫਿਰ ਕਹਿੰਦੇ ਹੋ ਕਿ ਨਹੀਂ ਯਾਰ ਆਹ ਚੀਜ਼ ਹੈਗੀ ਹੈ, ਮੈਂ ਆਹ ਚੀਜ਼ ਕਰਨੀ ਹੈ। ਹੁਣ ਜਿਸ ਪਿੰਡ ਤੋਂ ਆਏ ਹਾਂ, ਜੋ ਸਾਡੇ ਆਲੇ ਦੁਆਲੇ ਵਾਲੇ ਪਿੰਡ ਸੀਗੇ, ਉੱਥੇ ਸਭ ਤੋਂ ਪਹਿਲਾਂ ਜਿੱਦਾਂ ਮੇਰੀ ਫੈਮਿਲੀ ਦੇ ਵਿੱਚ ਵੀ ਕਹਿ ਲਓ ਤੁਸੀਂ, ਜਿਹੜੇ ਮੇਰੇ ਮਾਮਾ ਜੀ ਸੀਗੇ ਉਹ ਸਾਰੇ ਆਰਮ ਫੋਰਸਿਸ ਤੋਂ ਨੇ। ਅੱਛਾ ਸਰ, ਮੈਂ ਤੁਹਾਨੂੰ ਪੁੱਛਦਾ ਸੀ, ਤੁਸੀਂ ਆਪ ਹੀ ਦੱਸਦਾ। ਓਕੇ ਹਾਂਜੀ, ਸੋ ਉੱਥੇ ਜਿਹੜੇ ਸਾਡੇ ਮੈਨੂੰ ਹਲੇ ਜਿਹੜਾ ਮੇਰਾ ਜਿਹੜਾ ਹੋਇਆ ਸੀਗਾ ਮੇਨ ਸੀ, ਜਦੋਂ ਕਾਰਗਿਲ ਦਾ ਲੜਾਈ ਚੱਲੀ ਸੀ, ਸਾਡੇ ਪਿੰਡ ਦੇ ਲਾਗਦੇ ਜਿਹੜੇ ਇੱਕ ਆਰਮੀ ਆਫੀਸਰ ਸੀ ਉਹ ਸ਼ਹੀਦ ਹੋਏ ਸੀਗੇ। ਸਾਡੇ ਪਿੰਡ ਦੇ ਇੱਕ ਜਿਹੜੇ ਆਪਣੇ ਫੌਜੀ ਸੀਗੇ ਉਹ ਸ਼੍ਰੀਲੰਕਾ ਦੇ ਵਿੱਚ ਜਦੋਂ ਕੋਲੰਬੋ ਦਾ ਕੌਨਫਲਿਕਟ ਚੱਲਦਾ ਸੀ ਉਦੋਂ ਸ਼ਹੀਦ ਹੋਏ ਸੀਗੇ। ਸੋ ਉਹ ਜਦੋਂ ਅਸੀਂ ਉਹ ਜਿਹੜਾ ਸਾਰਾ ਕੁਛ ਮੈਮੋਰੀਜ਼ ਡਾਊਨ ਵੈਨ ਯੂ ਗੋ ਡਾਊਨ ਦ ਮੈਮੋਰੀਜ਼ ਲੇਨ, ਹੈ ਨਾ, ਅਤੇ ਉਹ ਚੀਜ਼ਾਂ ਜਦੋਂ ਯਾਦ ਆਉਂਦੀਆਂ, ਉਸ ਚੀਜ਼ ਵੀ ਦੇਖਿਆ ਵੀ ਸੈਕਰੀਫਾਈਸ ਵੀ ਹੈਗਾ ਲੇਕਿਨ ਰਿਸਪੈਕਟ ਵੀ ਹੈਗੀ ਹੈ। ਰਿਸਪੈਕਟ ਬਹੁਤ ਹੈਗੀ ਹੈ, ਬਹੁਤ ਹੈਗੀ ਹੈ ਭਾਜੀ, ਬਹੁਤ। ਜਦੋਂ ਉਹ ਮਤਲਬ ਛੁੱਟੀ ਆਉਂਦੇ ਸੀ, ਅਸੀਂ ਸਾਰਾ ਪਿੰਡ ਜਿੱਦਾਂ ਮਿਲ ਕੇ ਦੇਖਦੇ ਸੀ ਵੀ ਯਾਰ ਕਿੰਨੀ ਯੂਨੀਫਾਰਮ ਦੀ ਟੋਰ ਹੈਗੀ ਹੈ। ਸੋ ਉਹ ਜੋ ਛੋਟੇ ਹੁੰਦੇ ਉਹ ਜਿਹੜੀ ਚੀਜ਼ਾਂ ਦੇਖੀਆਂ ਹੋਈਆਂ ਨੇ, ਆਈ ਥਿੰਕ ਉਹ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਬਹਿ ਗਈਆਂ, ਅਤੇ ਉਸ ਚੀਜ਼ ਨੂੰ ਅਸੀਂ ਪੋਰਟਰੇ ਕੀਤਾ ਕਿ ਨਹੀਂ ਯਾਰ ਅਸੀਂ ਵੀ ਇਹਨਾਂ ਵਰਗਾ ਮੁਕਾਮ ਹਾਸਲ ਕਰਨਾ। ਸੋ ਫਿਰ ਜੋ ਤੁਸੀਂ ਆਪਣਾ ਜਿੰਨਾ ਜੋ ਵੀ ਤੁਹਾਡਾ ਪੂਰਾ ਪੈਸ਼ਨ ਹੁੰਦਾ, ਫਿਰ ਤੁਸੀਂ ਉਸ ਚੀਜ਼ ਵੱਲ ਲਾ ਦਿੰਦੇ ਹੋ ਕਿ। ਪਰ ਬੜੀ ਅੱਛੀ ਤੁਸੀਂ ਗੱਲ ਕਹੀ, ਪਰ ਨੋਰਮਲ ਮੇਰੇ ਵਰਗਾ ਬੰਦਾ ਹੋਵੇ, ਜਦੋਂ ਦੇਖਿਆ ਕਿ ਸਾਡੇ ਖਾਨਦਾਨ 'ਚ ਸਾਡੇ ਰਿਸ਼ਤੇ 'ਚ ਉਹ ਸ਼ਹੀਦ ਹੋ ਗਿਆ, ਤੇ ਬੰਦਾ ਡਰ ਵੀ ਤਾਂ ਜਾਂਦਾ ਨਾ। ਤੇ ਫਿਰ ਘਰ ਦੇ ਵੀ ਕਹਿੰਦੇ ਨੇ ਕਿ ਤੂੰ ਕੋਈ ਹੋਰ ਕਰ ਲਾ, ਡਾਕਟਰ ਬਣ ਜਾ, ਇਹ ਬਣ ਜਾ, ਉਹ ਬਣ ਜਾ। ਭਾਜੀ ਮੈਂਟਲ ਰੈਜ਼ੀਲੀਅੰਸ ਦੀ ਗੱਲ ਕਰਦੇ ਹਾਂ ਆਪਾਂ ਇੱਥੇ, ਹੈ ਨਾ। ਦੇਖੋ ਹਰ ਇੱਕ ਬੰਦੇ ਦਾ ਇੱਕ ਆਪਣਾ ਨਜ਼ਰੀਆ ਹੁੰਦਾ ਚੀਜ਼ਾਂ ਦੇਖਣ ਦਾ। ਹਮੇਸ਼ਾ ਬੰਦੇ ਦੇ ਨਾਲ ਇਹ ਨਹੀਂ ਕਹਿੰਦੇ ਵੀ ਇੱਕ ਨੈਗੇਟਿਵ ਵੀ ਹੁੰਦਾ, ਪੋਜ਼ੀਟਿਵ ਵੀ ਹੁੰਦਾ, ਬਟ ਆਈ ਥਿੰਕ ਮੇਰੇ ਹਿਸਾਬ ਦੇ ਨਾਲ ਬੰਦਾ ਉਹੀ ਇੱਕ ਇਨਸਾਨ ਕਾਮਯਾਬ ਹੁੰਦਾ ਜਿਹੜਾ ਨੈਗੇਟਿਵ ਵਿੱਚ ਵੀ ਪੋਜ਼ੀਟਿਵ ਚੀਜ਼ ਲੱਭਦਾ ਕਿ ਠੀਕ ਹੈ ਯਸ ਸੈਕਰੀਫਾਈਸ ਹੋਇਆ, ਬਟ ਉਹ ਚੀਜ਼ ਤਾਂ ਚਲੋ ਇੱਕ ਤੁਸੀਂ ਆਰਮੀ ਜੁਆਇਨ ਕਰ ਰਹੇ ਹੋ, ਤੁਸੀਂ ਆਪਣੇ ਦੇਸ਼ ਲਈ ਕੁਰਬਾਨੀ ਦੇ ਰਹੇ ਹੋ, ਤੁਸੀਂ ਕੰਟਰੀਬਿਊਟ ਕਰ ਰਹੇ ਹੋ ਨਾ, ਤੁਸੀਂ ਪ੍ਰੋਟੈਕਟ ਕਰ ਰਹੇ ਹੋ, ਠੀਕ ਹੈ, ਯੂ ਸਰਵਿੰਗ ਯੋਰ ਨੇਸ਼ਨ, ਯੂ ਸਰਵਿੰਗ ਯੋਰ ਓਨ ਪੀਪਲ। ਸੋ ਉਹ ਚੀਜ਼ ਤਾਂ ਉਹਦੇ ਤੋਂ ਵੱਡਾ ਤੇ ਕੋਈ ਸੈਲਫਲੈਸ ਕਮਿਟਮੈਂਟ ਨਹੀਂ ਹੈਗਾ, ਹੈ ਨਾ, ਉਸ ਤੋਂ ਵੱਡਾ ਤਾਂ ਪੈਸ਼ਨ ਕੋਈ ਨਹੀਂ ਹੈਗਾ। ਅਤੇ ਜੇ ਦੇਖਿਆ ਜਾਏ ਤੁਸੀਂ ਵੈਸੇ ਵੀ ਜੇ ਆਪਾਂ ਨੋਰਮਲ ਜਨਰਲੀ ਗੱਲ ਕਰੀਏ ਤਾਂ ਜੋਬ ਰਿਸਕ ਤਾਂ ਹਰ ਇੱਕ ਫੈਕਟਰ 'ਚ ਹਰ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਹੈਗਾ। ਸੋ ਇਟ ਡਿਪੈਂਡਸ ਕਿ ਤੁਸੀਂ ਕਿਹੜਾ ਰਿਸਕ ਕਿਸ ਤਰੀਕੇ ਨਾਲ ਲੈਣਾ ਚਾਹੁੰਦੇ ਹੋ। ਯੂ ਨੋ ਵੈਨ ਜੇ ਤੁਸੀਂ ਉਸ 'ਚ ਪ੍ਰਾਈਡ ਲੱਭਦੇ ਹੋ ਜਾਂ ਥੋੜ੍ਹਾ ਵੀ ਤੁਹਾਡੇ 'ਤੇ ਹੋਵੇ ਕਿ ਯਾਰ ਨਹੀਂ ਮੈਂ ਕੁਛ ਕਰਨਾ ਤਾਂ ਕਿ ਕੱਲ੍ਹ ਨੂੰ ਜੇ ਮੈਂ ਜਾਵਾਂ ਦੇ ਸ਼ੁੱਡ ਬੀ ਅ ਲੈਗੇਸੀ ਬਿਹਾਈਂਡ ਮੀ, ਐਂਡ ਯੰਗਰ ਜਨਰੇਸ਼ਨ ਸ਼ੁੱਡ ਨੋ ਦ ਲੈਗੇਸੀ। ਹੁਣ ਜੇ ਆਪਾਂ ਉਹੀ ਗੱਲ ਕਰੀਏ ਵਰਲਡ ਵਾਰ 1 ਐਂਡ 2 ਦੇ ਵਿੱਚ ਜੋ ਕੰਟਰੀਬਿਊਸ਼ਨ ਕੀਤਾ ਜਿਹੜੇ ਆਪਣੇ ਪੰਜਾਬ ਰੈਜੀਮੈਂਟ ਸੀ, ਪੰਜਾਬ ਸਿੱਖ ਰੈਜੀਮੈਂਟ ਸੀਗੇ, ਉਹਨਾਂ ਨੂੰ ਕੀ ਜ਼ਰੂਰਤ ਪਈ ਸੀ ਵੀ ਉਹ ਇੱਥੇ ਆ ਕੇ ਗੋਰਿਆਂ ਵਾਸਤੇ ਉਹ ਸੈਕਰੀਫਾਈਸ ਕਰਨ, ਬਟ ਨਹੀਂ, ਉਹ ਇੱਕ ਮੋਟਿਵ ਸੀਗਾ, ਇੱਕ ਏਮ ਸੀ, ਇੱਕ ਵਿਜ਼ਨ ਸੀ ਉਹਨਾਂ ਦਾ, ਇੱਕ ਪੈਸ਼ਨ ਸੀ ਜਿਸ ਚੀਜ਼ ਕਰਕੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਬਟ ਉਹਨਾਂ ਦੀ ਕੁਰਬਾਨੀਆਂ ਇੱਕ ਲੈਗੇਸੀ ਰਹਿ ਗਈਆਂ ਜੋ ਸਾਡੇ ਵਾਸਤੇ ਐਜ਼ ਏ ਇੰਸਪੀਰੇਸ਼ਨ ਵਜੋਂ ਕੰਮ ਆਉਂਦੀਆਂ। ਹੁਣ ਜੇ ਅਸੀਂ ਉਹਨਾਂ ਨੂੰ ਆਪਾਂ ਸੋਚੀਏ ਕਿ ਯਾਰ ਜੋ ਚੀਜ਼ ਉਹ ਕਰਕੇ ਗਏ ਨੇ, ਜੋ ਉਹਨਾਂ ਨੇ ਕੀਤਾ, ਅਸੀਂ ਸ਼ਾਇਦ ਉਹਨਾਂ ਦੇ ਮੁਕਾਬਲੇ ਤਾਂ ਉਹਨਾਂ ਨਹੀਂ ਕਰ ਸਕਦੇ, ਬਟ ਐਟਲੀਸਟ ਟਰਾਈ ਤਾਂ ਕਰ ਸਕਦੇ ਹਾਂ ਵੀ ਜੋ ਚੀਜ਼ ਉਹਨਾਂ ਨੇ ਸਾਡੇ ਵਾਸਤੇ ਅੱਗੇ ਰਸਤੇ ਬਣਾਏ ਨੇ ਅਸੀਂ ਉਹ ਚੀਜ਼ ਨੂੰ ਫੋਲੋ ਕਰ ਸਕੀਏ। ਪਰ ਵੱਡੀ ਗੱਲ ਤੁਸੀਂ ਹੁਣ ਪੁਰਾਣੀ ਗੱਲ ਕਰਦੇ ਹੋ ਵਰਲਡ ਵਾਰ 1 2 ਦੀ। ਹਾਂਜੀ, ਕਿਸੇ ਨੇ ਨਹੀਂ ਦੇਖਿਆ ਹੋਇਆ, ਕਹਾਣੀਆਂ ਸੁਣੀਆਂ ਨੇ। ਬਿਲਕੁਲ। ਅੱਜ ਵੀ ਤੁਹਾਡੇ ਸਾਹਮਣੇ ਜੀਂਦਾ ਜਾਗਦਾ ਹਕੀਕਤ ਬੰਦਾ ਬਿਠਾਇਆ ਜੋ ਉਹਨਾਂ ਦੀ ਲੈਗੇਸੀ ਨੂੰ ਫੋਲੋ ਕਰ ਰਿਹਾ। ਇਸੇ ਕਰਕੇ ਬਿਠਾ ਕੇ ਤੁਸੀਂ ਘਰ ਬੈਠ ਕੇ ਇੰਸਪਾਇਰ ਹੋ। ਪਲੀਜ਼ ਇਹ ਪ੍ਰੋਗਰਾਮ ਜ਼ਰੂਰ ਦੇਖੋ, ਬੜੇ ਇੰਟਰਸਟਿੰਗ ਗੱਲਾਂ ਨੇ, ਰਿਕਰੂਟਮੈਂਟ ਦੀਆਂ ਗੱਲਾਂ ਕਰਾਂਗੇ, ਵੈਰੀ ਫੁੱਲੀ ਇਕੁਇਪਡ ਤੁਹਾਨੂੰ ਦੱਸਾਂਗੇ ਕਿ ਇਹਨਾਂ ਨੇ ਕੀ ਤੁਹਾਡੇ ਪਾਸ ਇਨਫੋਰਮੇਸ਼ਨ ਲੈ ਕੇ ਆ ਰਹੇ ਨੇ। ਕਿਹੜੀ ਏਜ ਤੇ ਤੁਹਾਡੇ ਦਿਮਾਗ 'ਚ ਹੋ ਗਿਆ ਸੀ ਕਿ ਤੁਸੀਂ ਆਰਮੀ 'ਚ ਜਾਣਾ, ਕਿ ਦਿਸ ਵਾਜ਼ ਦ ਓਨਲੀ ਥਿੰਗ ਇਨ ਯੂਰ ਮਾਈਂਡ, ਕਿ ਕੁਝ ਹੋਰ ਵੀ ਸੀਗਾ? ਭਾਜੀ ਯੂਨੀਫਾਰਮ ਨਾਲ ਤਾਂ ਮੇਰੀ ਸ਼ੁਰੂ ਤੋਂ ਅਟੈਚਮੈਂਟ ਸੀ। ਕੀ ਬਾਤ ਹੈ, ਹਾਂਜੀ, ਤੁਸੀਂ ਕਹਿ ਲਓ ਵੀ ਜਿੱਦਾਂ ਮੇਰੇ ਫਾਦਰ ਸਾਹਿਬ ਵੀ ਪੁਲਿਸ ਸੀਗੇ, ਸੋ ਜਿੱਦਾਂ ਪਿੰਡ ਦਾ ਮਾਹੌਲ ਸੀਗਾ, ਜਿਹੜਾ ਪੂਰਾ ਇਲਾਕੇ ਦਾ ਮਾਹੌਲ ਸੀਗਾ, ਉੱਥੇ ਆਰਮੀ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਸੀਗੇ। ਸੋ ਯੂਨੀਫਾਰਮ ਨਾਲ ਸ਼ੁਰੂ ਤੋਂ ਇੱਕ ਲਗਾਵ ਰਿਹਾ ਮੇਰਾ। ਸੋ ਉਹ ਚੀਜ਼ ਕਿਤੇ ਨਾ ਕਿਤੇ ਮੇਰੇ ਦਿਲ 'ਚ ਬੈਠੀ ਹੋਈ ਸੀ ਕਿ ਨਹੀਂ ਯਾਰ ਜਦ ਵੀ ਕੁਛ ਬਣਨਾ ਐਟਲੀਸਟ ਮੈਂ ਚਾਹੁੰਦਾ ਕਿ ਯੂਨੀਫਾਰਮ ਪਾਵਾਂ, ਬਿਕੋਜ਼ ਉਹ ਯੂਨੀਫਾਰਮ ਪਾਉਣ ਤੋਂ ਬਾਅਦ ਕਿੱਦਾਂ ਦਾ ਮਹਿਸੂਸ ਹੁੰਦਾ ਉਹ ਤੁਸੀਂ ਸਿਰਫ ਜਦੋਂ ਉਸ ਚੀਜ਼ ਨੂੰ ਅਰਨ ਕਰਦੇ ਹੋ ਤਾਂ ਹੀ ਤੁਸੀਂ ਫੀਲ ਕਰ ਸਕਦੇ ਹੋ। ਅਦਰਵਾਈਜ਼ ਤੁਸੀਂ ਯੂਨੀਫਾਰਮ ਵੱਲ ਦੇਖਦੇ ਹੋ, ਉਹ ਚੀਜ਼ ਵੱਖਰੀ ਹੁੰਦੀ ਹੈ ਕਿ ਤੁਹਾਡਾ ਨਜ਼ਰੀਆ, ਔਰ ਤੁਸੀਂ ਪਾ ਕੇ ਜੋ ਚੀਜ਼ ਨੂੰ ਮਹਿਸੂਸ ਕਰਦੇ ਹੋ ਉਹ ਵੱਖਰਾ ਹੁੰਦਾ। ਅੱਜ ਮੈਂ ਹੁਣ ਜਦੋਂ ਯੂਨੀਫਾਰਮ ਪਾਉਣਾ ਤਾਂ ਮੈਨੂੰ ਉਹ ਚੀਜ਼ ਹੁਣ ਮੈਨੂੰ ਫੀਲਿੰਗ ਮਹਿਸੂਸ ਹੁੰਦੀ ਹੈ। ਈਵਨ ਦੋ ਮੈਨੂੰ ਆਲਮੋਸਟ 19 ਸਾਲ ਹੋ ਗਏ ਨੇ ਆਰਮੀ ਦੇ ਵਿੱਚ, ਬਟ ਐਵਰੀ ਡੇ ਜਦ ਵੀ ਮੈਂ ਯੂਨੀਫਾਰਮ ਪਾਉਂਦਾ ਮੈਨੂੰ ਇੱਕ ਵੱਖਰਾ ਪ੍ਰਾਈਡ ਮਹਿਸੂਸ ਹੁੰਦਾ ਮੈਨੂੰ। ਹਾਂਜੀ, ਇੱਕ ਵੱਖਰਾ ਦਿਨ ਲੱਗਦਾ, ਇੱਕ ਵੱਖਰਾ ਮੇਰੇ 'ਚ ਜਨੂਨ ਹੁੰਦਾ ਕਿ ਨਹੀਂ ਯਾਰ ਅੱਜ ਕੁਛ ਵੱਖਰਾ ਕਰਨਾ। ਯੂ ਲੁੱਕ ਫੋਰਵਰਡ ਨਾ ਕਿ ਮੈਂ ਯੂਨੀਫਾਰਮ ਪਾ ਕੇ ਮੈਂ ਜਾਵਾਂ। ਹਾਂਜੀ, ਮੇਰੀ 2-3 ਗੱਲਾਂ ਮੈਂ ਹਰ ਸ਼ੋਅ 'ਚ ਰਿਪੀਟ ਕਰਦਾ, ਜਦੋਂ ਵੀ ਆਰਮੀ ਦੇ ਬੰਦੇ ਆਉਂਦੇ ਨੇ, ਮੈਂ ਨਾ ਗਿਲਾ ਜ਼ਿੰਦਗੀ ਦਾ ਇੱਕ ਅਗਰ ਜੇ ਗਿਲਾ ਵੀ ਹੈਗਾ ਨਹੀਂ ਵੀ ਹੈਗਾ, ਕਿਉਂਕਿ ਜੇ ਤੁਸੀਂ ਕੁਛ ਬਣਨਾ ਹੈਗਾ ਆ,
ਮੈਂ ਹੁਣ ਜੇ ਮੀਡੀਆ ਨੂੰ ਬਲੇਮ ਕਰਾਂ, ਮੀਡੀਆ ਨਹੀਂ ਸੀਗਾ, ਕਾਲ ਚੱਲਣ ਨਹੀਂ ਸੀਗਾ, ਮੈਨੂੰ ਕਿਸੇ ਨੇ ਦੱਸਿਆ ਨਹੀਂ ਕਿ ਆਰਮੀ ਦਾ ਕੀ ਹੁੰਦਾ। ਮੈਂ ਕੋਈ ਬੰਦਾ ਦੇਖਿਆ ਨਹੀਂ ਆਪਣਾ ਐਕਸ਼ਨ ਆਰਮੀ ਦਾ। ਆਈ ਨੋਟ ਸੀਨ ਐਨੀਬੋਡੀ। ਮੈਂ ਇੱਕ ਦੋ ਬੰਦਿਆਂ ਦਾ ਜ਼ਰੂਰ ਨਾਮ ਲਵਾਂਗਾ ਮੇਰੇ ਖਾਨਦਾਨ ਦੇ ਵਿੱਚ। ਮੇਰੇ ਸਿਸਟਰ ਇਨ ਲਾਅ ਦੇ ਫਾਦਰ ਹੈਗੇ ਨੇ, ਉਹ ਮੇਜਰ ਕਪੂਰ ਸਿੰਘ, ਮੇਜਰ, ਉਹ ਰਿਟਾਇਰ ਹੋਏ ਸੀਗੇ। ਮੈਂ ਉਹਨੂੰ ਹਰ ਦਫਾ ਯਾਦ ਕਰਦਾ ਕਿਉਂਕਿ ਮੈਨੂੰ ਉਹਦੀ ਕਦਰ ਹੋਈ ਹੈ। ਉਹ ਜਦੋਂ ਸੀਗੇ ਉਹਨਾਂ ਦੇ ਇੰਨੇ ਮੈਡਲ ਹੈਗੇ ਨਾ, ਮੈਂ ਕਹਿੰਦੇ ਮੇਰੇ ਸਿਸਟਰ ਉਹਨੂੰ ਪੁੱਛਿਆ, ਕਹਿੰਦੇ ਪਤਾ ਨਹੀਂ ਕਿੱਥੇ ਪਏ ਲੱਭਾਂਗੇ। ਮੈਂ ਕਿਹਾ ਯਾਰ ਉੱਦਾਂ ਦੇ ਅਰਨ ਕੀਤੇ, ਹਾਰਡ ਉੱਦਾਂ ਦਾ ਕੰਮ ਕੀਤਾ ਹੈ। ਮੇਰਾ ਇੱਕ ਨਾ ਭੂਆ ਦਾ ਲੜਕਾ ਹੈਗਾ ਦਰਸ਼ਨ ਸਿੰਘ, ਉਹ ਕਰਨਲ ਪਤਾ ਨਹੀਂ ਕੀ ਹੋ ਕੇ ਰਿਟਾਇਰ ਹੋਇਆ ਸੀ, ਵਾਸ ਬੇਸਡ ਇਨ ਕਸ਼ਮੀਰ। ਅਤੇ ਮੈਨੂੰ ਨਾ ਜਦੋਂ ਤੁਹਾਡੀ ਯੂਨੀਫਾਰਮ ਦੇਖਦਾ ਮੈਂ ਕਹਿੰਦਾ ਯਾਰ ਕਿਤੇ ਘੜੀਆਂ ਪਿੱਛੇ ਚਲੇ ਜਾਣ, ਮੈਂ ਵਾਪਸ ਯੰਗ ਹੋ ਜਾ ਅਤੇ ਮੈਂ ਬਣਾ। ਓਨੈਸਟਲੀ ਮੇਰੀ ਖੁਆਇਸ਼ ਹੈਗੀ ਹੈ, ਫੋਕਸ ਹੈਗਾ ਕਿ ਮੈਂ ਇੱਦਾਂ ਦੀ ਯੂਨੀਫਾਰਮ ਪਾ ਕੇ ਮੈਂ ਕੁਝ ਕੰਮ ਕਰਨਾ ਚਾਹੁੰਦਾ ਸੀ। ਨਹੀਂ ਪਰ ਭਾਈ ਜਿਹੜਾ ਤੁਹਾਡਾ ਕੰਟਰੀਬਿਊਸ਼ਨ ਹੈ ਹੁਣ ਇਸ ਸ਼ੋਅ ਦੇ ਜ਼ਰੀਏ, ਤੁਸੀਂ ਜਿਹੜੀ ਯੰਗਰ ਜਨਰੇਸ਼ਨ ਨੂੰ ਇਨਸਪਾਇਰ ਕਰ ਰਹੇ ਹੋ, ਕਿਤੇ ਨਾ ਕਿਤੇ ਤੁਸੀਂ ਵੀ ਚਾਹੁੰਦੇ ਹੋ ਵੀ ਉਹ ਚੀਜ਼ ਮਿਸ ਨਾ ਕਰਨ, ਓਪਰਚੁਨਿਟੀ ਜੋ ਤੁਹਾਡੇ ਕੋਲੋਂ ਮਿਸ ਹੋਈ ਹੈ ਨਾ। ਮੈਂ ਆਪਣੀ ਖੁਦ ਦੀ ਤਾਰੀਫ ਕਰ ਦਿੰਦਾ ਓਨੈਸਟਲੀ, ਇੱਦਾਂ ਨਹੀਂ ਕਿ ਮੈਂ ਪ੍ਰਾਊਡ ਫੀਲ ਕਰਦਾ। ਭਾਅ ਜੀ ਜਿਹੜੀਆਂ ਨਾ ਮੇਰੇ ਕੋਲ ਚੀਜ਼ਾਂ ਨਹੀਂ ਨਾ ਹੋਈਆਂ, ਮੈਂ ਚਾਹੁੰਦਾ ਕੋਈ ਹੋਰ ਬੱਚਾ ਕਰੇ। ਐਬਸੋਲੂਟਲੀ। ਮੈਂ ਜੈਲਸੀ ਨਹੀਂ, ਮੈਂ ਨਹੀਂ ਕੀਤਾ ਤੇ ਤੂੰ ਵੀ ਨਹੀਂ ਬਣਨਾ। ਉਹ ਇੱਕ ਦੂਜੇ ਦੀ ਲੱਤਾਂ ਖਿੱਚਣ ਮੇਰੀ ਆਦਤ ਨਹੀਂ ਹੈ। ਆਲ ਬੀ ਸੋ ਪ੍ਰਾਊਡ। ਅੱਜ ਜੇ ਕੋਈ ਬੰਦਾ ਸ਼ੋਅ ਦੇਖਦਾ ਨਾ ਤੇ ਉਹ ਕਿਤੇ ਆਰਮੀ ਜੁਆਇਨ ਕਰ ਲੈ, ਮੈਨੂੰ ਡਰਿੰਕ ਕਰੇ ਥੋੜ੍ਹੇ ਮਹੀਨਿਆਂ ਬਾਅਦ, ਕਿ ਮੇਰਾ ਮਾਈਂਡ ਬਣਿਆ ਸੀਗਾ, ਮੈਂ ਤੁਹਾਡੇ ਕਾਲ ਚੱਲਣ ਸ਼ੋਅ ਦੇਖਿਆ ਸੀ, ਉਦੋਂ ਮੈਂ ਸੋਚਿਆ ਕਿ ਮੈਂ ਆਰਮੀ ਜੁਆਇਨ ਕਰਦੀ। ਭਾਜੀ ਉਹਦੇ ਵਰਗੀ ਖੁਸ਼ੀ ਕੋਈ ਨਹੀਂ ਜਦ ਕਿਸੇ ਇਨਸਾਨ ਦੀ ਲਾਈਫ ਦੇ ਵਿੱਚ ਨਾ ਤੁਹਾਡੇ ਕਰਕੇ ਕੋਈ ਚੇਂਜ ਆ ਜਾਏ, ਪੋਜ਼ਿਟਿਵ ਚੇਂਜ ਆ ਜਾਏ। ਦੈਟਸ ਦ ਬਿਗੇਸਟ ਸੈਟਿਸਫੈਕਸ਼ਨ ਐਂਡ ਹੈਪੀਨੈਸ ਯੂ ਕੈਨ ਐਵਰ ਹੈਵ। ਐਬਸੋਲੂਟਲੀ ਯਾਰ। ਬਾਕੀ ਕੋਈ ਥੈਂਕ ਯੂ ਕਿ ਕਹਿੰਦਾ ਜ਼ਰੂਰੀ ਨਹੀਂ, ਕਿਸਮਤ ਹੁੰਦੀ ਹੈ। ਮੇਰਾ ਸ਼ੋਅ ਕਰਤਾ, ਤੁਸੀਂ ਦੇਖ ਲਿਆ। ਹਰ ਚੀਜ਼ ਜਦੋਂ ਤੁਹਾਡੀ ਜ਼ਿੰਦਗੀ 'ਚ ਕੋਈ ਚੀਜ਼ ਹੁੰਦੀ ਨਾ, ਬਹਾਨੇ ਨਾਲ ਹੁੰਦੀ ਹੈ। ਬਿਲਕੁਲ, ਆਲਵੇਜ਼। ਔਰ ਉਹੀ ਇੱਕ ਜ਼ਰੀਆ ਸ਼ੋਅ ਦੇ ਦੁਆਰਾ ਵੀ ਠੀਕ ਹੈ ਕਿ ਤੁਸੀਂ ਡਿਫਰੈਂਟ ਜਿਹੜੇ ਜੋਬ ਰੋਲਸ ਨੇ ਜਾਂ ਜੋ ਓਪਰਚੁਨਿਟੀਜ਼ ਨੇ, ਤੁਸੀਂ ਉਹਨਾਂ ਨੂੰ ਇੱਕ ਐਜ਼ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਹੋ। ਲੋਕ ਜਿੰਨੇ ਵੀ ਤੁਹਾਡੇ ਵਿਊਅਰਸ ਨੇ, ਕਿ ਕੱਲ੍ਹ ਨੂੰ ਸ਼ਾਇਦ ਕਿਤੇ ਕੋਈ ਵੀ ਬਜ਼ੁਰਗ ਜਾਂ ਕੋਈ ਵੀ ਪੇਰੈਂਟ ਜਿਹੜੀ ਚੀਜ਼ ਨੂੰ ਸੁਣ ਸਕਣ, ਕਹਿਣ ਵੀ ਸ਼ਾਇਦ ਇਹ ਚੀਜ਼ ਦਾ ਸਾਨੂੰ ਨਹੀਂ ਸੀ ਪਤਾ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਭਾਅ ਜੀ, ਮੈਂ ਲਿਟਰਲੀ ਲਾਸਟ ਵੀਕ ਮੈਂ ਕਿਤੇ ਹੈਲਪ ਕਰ ਰਿਹਾ ਸੀ, ਸਪੋਰਟ ਕਰ ਰਿਹਾ ਸੀ ਕਰੀਅਰਸ ਫੇਅਰ ਦੇ ਬਾਰੇ। ਸਕੂਲ ਦੇ ਵਿੱਚ ਗਏ ਅਸੀਂ ਸਿਰਫ ਉੱਥੇ ਦੱਸਣ ਗਏ ਸੀ ਵੀ ਚਲੋ ਆਹ ਦੇਖੋ ਵੀ ਆਰਮੀ ਦੇ ਵਿੱਚ ਇੰਨੀਆਂ ਸਾਰੀਆਂ ਓਪਰਚੁਨਿਟੀਜ਼ ਨੇ। ਮੋਸਟਲੀ 90% ਜਿੰਨੇ ਪੇਰੈਂਟਸ ਸੀ ਕਿ ਉੱਥੇ, ਉਹਨਾਂ ਦਾ ਸਿਰਫ ਇਹੀ ਕਹਿਣਾ ਸੀ ਕਿ ਸਾਨੂੰ ਨਹੀਂ ਸੀ ਪਤਾ ਵੀ ਆਰਮੀ ਦੇ ਵਿੱਚ ਇੰਨੀਆਂ ਸਾਰੀਆਂ ਓਪਰਚੁਨਿਟੀਜ਼ ਹੈਗੀਆਂ। ਹਾਂ, ਪਤਾ ਨਹੀਂ। ਉਹ ਐਕਚੁਅਲੀ ਮੈਂ ਹਮੇਸ਼ਾ ਸੋਚੇ ਵੀ ਕਹਿੰਦਾ, ਹਰ ਲੋਕਾਂ ਨੂੰ ਲੱਗਦਾ ਆਰਮੀ 'ਚ ਗਿਆ ਉਹਨੂੰ ਗਨ ਫੜਾ ਦੇਣੀ ਅਤੇ ਬਾਰਡਰ 'ਤੇ ਭੇਜ ਦੇਣਾ। ਬਿਲਕੁਲ। ਦੇ ਹੰਡਰਡਸ ਆਫ ਥਾਊਜ਼ੈਂਡਸ ਆਫ ਜੋਬਸ ਤੁਸੀਂ ਡਿਫਰੈਂਟ ਕੰਮ ਕਰ ਸਕਦੇ ਹੋ। ਅਤੇ ਮੈਂ ਥੋੜ੍ਹੇ ਸਬਜੈਕਟ ਤੋਂ ਬਾਹਰ ਨਹੀਂ ਜਾਂਦਾ। ਤੁਸੀਂ ਜਦੋਂ ਯੂਨੀਫਾਰਮ ਪਾਉਂਦੇ ਨਾ, ਤੁਹਾਡਾ ਪੋਸਚਰ, ਤੁਹਾਡੀ ਚਾਲ, ਤੁਹਾਡਾ ਬਿਹੇਵੀਅਰ ਟੋਟਲੀ ਚੇਂਜ ਹੋ ਜਾਂਦਾ। ਬਿਕੋਜ਼ ਤੁਸੀਂ ਇੱਕ ਕੰਟਰੀ ਨੂੰ ਰਿਪਰੈਜ਼ੈਂਟ ਕਰਦੇ ਹੋ। ਨੰਬਰ 1 ਬੜੀ ਵੱਡੀ ਰਿਸਪੋਂਸੀਬਿਲਿਟੀ ਹੈ ਬ੍ਰਿਟਿਸ਼ ਦੀ, ਤੁਸੀਂ ਆਰਮੀ ਦੀ ਯੂਨੀਫਾਰਮ ਪਾਈ ਹੈ, ਨੰਬਰ 1। ਨੰਬਰ 2 ਤੁਸੀਂ ਦਸਤਾਰ ਪਾਈ ਹੈ। ਬਿਲਕੁਲ, ਬੜੀ ਵੱਡੀਆਂ ਰਿਸਪੋਂਸੀਬਿਲਿਟੀਆਂ ਨੇ। ਤੁਸੀਂ ਬੜੀ ਰਿਸਪੋਂਸੀਬਿਲਿਟੀ ਦੇ ਯੂਨੀਫਾਰਮ ਪਾ ਕੇ ਕੈਰੀ ਕਰਕੇ ਤੁਸੀਂ ਜਾਂਦੇ ਹੋ। ਭਾਜੀ ਰਿਸਪੋਂਸਿਬਿਲਿਟੀ ਵੀ ਹੈਗੀ ਔਰ ਅਕਾਊਂਟੇਬਿਲਿਟੀ ਵੀ ਹੈਗੀ ਉਸ ਹਿਸਾਬ ਦੇ ਨਾਲ। ਰਿਸਪੋਂਸਿਬਿਲਿਟੀ ਇਸ ਕਰਕੇ ਇੱਕ ਤਾਂ ਤੁਸੀਂ ਐਜ਼ ਏ ਕਾਮਨਵੈਲਥ, ਜਿੱਦਾਂ ਮੈਂ ਆਰਮੀ ਜੁਆਇਨ ਕੀਤੀ ਸੀ, ਕਿ ਲਾਈਕ ਮੇਰਾ ਐਕਸਪੀਰੀਅੰਸ ਇੱਦਾਂ ਦਾ ਰਿਹਾ ਕਿ ਮੈਨੂੰ ਵੀ ਨਹੀਂ ਸੀ ਪਤਾ ਉਸ ਟਾਈਮ ਕਿ ਐਜ਼ ਏ ਕਾਮਨਵੈਲਥ ਸੋਲਜਰ, ਐਜ਼ ਏ ਕਾਮਨਵੈਲਥ ਸਿਟੀਜ਼ਨ ਤੁਸੀਂ ਆਰਮੀ ਜੁਆਇਨ ਕਰ ਸਕਦੇ ਹੋ। ਪਹਿਲਾਂ ਸਭ ਕੁਛ ਉਹ ਬੜਾ ਲੱਗਦਾ ਸੀ ਕਿ ਯਾਰ ਇਹ ਸੱਚ ਨਹੀਂ, ਰੀਅਲਿਜ਼ਮ ਨਹੀਂ ਹੈਗਾ। ਬਟ ਐਨੀ ਹਾਊ ਹੁਣ ਸਿਸਟਮ ਦੇ ਵਿੱਚ ਹੈਗੇ ਅਤੇ ਪਤਾ ਲੱਗਦਾ ਕਿ ਠੀਕ ਹੈ, ਨਹੀਂ ਤੁਸੀਂ ਕਰ ਸਕਦੇ ਹੋ। ਔਰ ਦੂਜਾ, ਜਦੋਂ ਤੁਸੀਂ ਆਰਮੀ ਜੁਆਇਨ ਕਰਦੇ ਹੋ, ਸਪੈਸ਼ਲੀ ਤੁਸੀਂ ਜੇ ਕਾਮਨਵੈਲਥ ਕੰਟਰੀ ਤੋਂ ਆਏ ਹੋ, ਅਤੇ ਤੁਹਾਡੇ ਵਾਸਤੇ ਉਹ ਚੈਲੰਜਸ ਹੋਰ ਵੀ ਜ਼ਿਆਦਾ ਹੁੰਦੇ ਨੇ। ਚੈਲੰਜ ਇਨ ਦਾ ਸੈਂਸ ਕਿ ਇੱਕ ਤਾਂ ਤੁਹਾਡੇ ਚੈਲੰਜ ਤੁਸੀਂ ਲਾ ਲਓ, ਫੋਰ ਐਗਜ਼ਾਮਪਲ ਜੇ ਤੁਹਾਡੀ ਇੰਗਲਿਸ਼ ਫਸਟ ਲੈਂਗੁਏਜ ਨਹੀਂ ਹੈਗੀ, ਦੈਨ ਤੁਸੀਂ ਉਸ ਚੀਜ਼ ਨੂੰ ਉਸ ਤਰ੍ਹਾਂ ਸਿੱਖਦੇ ਹੋ। ਫਿਰ ਕਲਚਰ, ਜਿਹੜਾ ਤੁਹਾਡਾ ਕਲਚਰ ਡਿਫਰੈਂਸ ਹੈਗੇ ਨੇ, ਹੈ ਨਾ। ਹੁਣ ਜਿੱਦਾਂ ਤੁਹਾਨੂੰ ਪਤਾ ਹੀ ਕਿ ਆਪਣੇ ਇੰਡੀਅਨ ਕਲਚਰ, ਪੰਜਾਬੀ ਕਲਚਰ ਜਾਂ ਏਸ਼ੀਅਨ ਕਲਚਰ ਕਿੱਦਾਂ ਦਾ ਹੁੰਦਾ, ਹੈ ਨਾ। ਔਰ ਤੁਸੀਂ ਉਸ ਕਲਚਰ ਨੂੰ ਲੈ ਕੇ ਤੁਸੀਂ ਇਸ ਮੁਲਕ ਦੇ ਵਿੱਚ ਆਏ ਹੋ, ਉਹ ਤੁਸੀਂ ਹਲੇ ਇੰਗਲਿਸ਼ ਕਲਚਰ ਸਮਝ ਰਹੇ ਹੋ। ਫਿਰ ਤੁਸੀਂ ਜੇ ਆਰਮੀ ਜੁਆਇਨ ਕਰਦੇ ਹੋ, ਆਰਮੀ ਦਾ ਇੱਕ ਵੱਖਰਾ ਕਲਚਰ ਹੈਗਾ। ਪਰ ਜੀ ਮੁਲਕ ਦਾ ਆਪਣਾ, ਆਰਮੀ ਦਾ ਵੱਖਰਾ। ਹਾਂਜੀ। ਸੋ ਇਟਸ ਸੋ ਮੈਨੀ ਚੈਲੰਜਸ। ਤੁਸੀਂ ਸੋਚਦੇ ਯਾਰ ਹੁਣ ਮੈਂ ਕਰਾਂ ਕਿੱਦਾਂ, ਬਟ ਐਜ਼ ਅ ਹਿਊਮਨ ਬੀਇੰਗ ਵੀ ਆਲਵੇਜ਼ ਅਡੈਪਟ ਐਂਡ ਸਰਵਾਈਵ। ਪਰ ਹੁਣ ਤੁਸੀਂ ਗੱਲਾਂ ਕਰਦੇ, ਮੇਰੇ ਹੁਣ ਦਿਮਾਗ 'ਚ ਗੱਲ ਆਈ ਹੈ। ਹਾਂਜੀ। ਇੱਥੇ ਦੇ ਬੱਚੇ ਜੰਮੇ ਪਲੇ, ਉਹਨਾਂ ਨੇ 80% ਤੋਂ ਬੈਰੀਅਰ ਪਾਸ ਕਰ ਲਿਆ ਹੋਇਆ। ਹਾਂਜੀ, ਸਾਰਾ ਕੁਝ ਲੈਂਗੁਏਜ। ਹਾਂਜੀ, ਤੁਸੀਂ ਲੈਂਗੁਏਜ ਦੀ ਗੱਲ ਕਰੀਏ, ਕਲਚਰ ਦਾ, ਲੈਂਗੁਏਜ ਦਾ, ਕੰਟਰੀ ਦਾ, ਹਰ ਚੀਜ਼ ਦਾ ਉਹਨਾਂ ਨੇ ਪਾਸ ਕਰ ਲਿਆ। ਹਾਂਜੀ। ਤੁਸੀਂ ਜਦੋਂ ਇੰਡੀਆ ਤੋਂ ਆਣ ਕੇ ਟੋਟਲੀ ਅਣਜਾਣ,
ਤੁਸੀਂ ਆਪਣੇ ਘਰ ਚੋਂ ਬਾਹਰ ਨਿਕਲਦੇ ਤੁਹਾਨੂੰ ਨਹੀਂ ਪਤਾ ਇਹ ਸੜਕ ਤੁਹਾਨੂੰ ਕਿੱਥੇ ਲੈ ਕੇ ਜਾਏਗੀ। ਅੱਜ ਤੁਸੀਂ ਕੰਟਰੀ ਨੂੰ ਰਿਪਰੈਜ਼ੈਂਟ ਕਰਦੇ ਹੋ, ਆਰਮੀ ਨੂੰ ਤੁਸੀਂ ਡਿਫੈਂਸ ਬਣੇ ਹੋਏ ਹੋ। ਯਾਰ ਕਿੰਨੀ ਫਖਰ ਵਾਲੀ ਗੱਲ ਹੈਗੀ ਹੈ। ਭਾਜੀ ਵਾਕਈ ਮਾਣ ਵਾਲੀ ਗੱਲ ਤਾਂ ਮਾਣ ਹੈਗੀ ਵਾਲੀ ਗੱਲ ਹੈ ਹਾਂਜੀ, ਯਾਰ, ਬੜੀ ਕਿਉਂਕਿ ਮਾਣ ਵਾਲੀ ਗੱਲ ਹੈ। ਤੁਸੀਂ ਐਟ ਦੀ ਏਜ ਆਫ 18 ਤੁਸੀਂ ਇੰਡੀਆ ਤੋਂ ਇੱਥੇ ਆਏ ਹੋ, ਹੈ ਨਾ। ਤੁਹਾਨੂੰ ਕੁਝ ਨਹੀਂ ਪਤਾ ਕਿ ਤੁਸੀਂ ਜਿੱਥੇ ਜਾ ਰਹੇ ਹੋ ਕਿੰਨੀਆਂ ਅਨਸਰਟਨਟੀਜ਼ ਹੈਗੀਆਂ ਨੇ, ਕਿੰਨੇ ਚੈਲੰਜ ਆਣਗੇ, ਤੁਸੀਂ ਕਿੱਦਾਂ ਸਰਵਾਈਵ ਕਰੋਗੇ। ਬਟ ਇੱਕ ਹੁੰਦਾ ਕਿ ਯਾਰ ਚਲੋ ਕੋਈ ਨਾ, ਦੇਖੀ ਜਾਏਗੀ। ਸੋ ਉਹ ਚੀਜ਼ ਆ ਕੇ ਫਿਰ ਲੈਂਗੁਏਜ ਨੂੰ ਅੰਡਰਸਟੈਂਡ ਕਰਨਾ, ਲੈਂਗੁਏਜ ਸਿੱਖਣੀ, ਫਿਰ ਔਰ ਓਪਰਚੁਨਿਟੀਜ਼ ਲੱਭਣੀ। ਸਪੈਸ਼ਲੀ ਮੈਂ ਅੱਜ ਤੋਂ 19 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਵੀ ਕਿ ਉਸ ਟਾਈਮ ਤਾਂ ਖੈਰ ਮੀਡੀਆ ਵੀ ਇੰਨਾ ਨਹੀਂ ਸੀ ਹੁੰਦਾ, ਰਿਕਰੂਟਮੈਂਟ ਵੀ ਸ਼ਾਇਦ ਇੰਨੀ ਨਹੀਂ ਸੀ ਹੈਗੀ, ਅਤੇ ਬੰਦਾ ਪਤਾ ਕਿੱਥੋਂ ਕਰਿਆ। ਤਾਂ ਚਲੋ ਕਹਿਣਾ ਵੀ ਇੱਕ ਜਿੱਦਾਂ ਸਬਬ ਬਣਨਾ ਹੁੰਦਾ। ਜਦੋਂ ਪਤਾ ਲੱਗਦਾ ਵੀ ਇਹ ਚੀਜ਼ ਹੋਈ ਹੈ, ਫਿਰ ਤੁਸੀਂ ਜਾ ਕੇ ਗੱਲ ਕਰਨੀ। ਫਿਰ ਤੁਹਾਨੂੰ ਕਿਸੇ ਨੇ ਇਨਸਾਈਡ ਨੌਲੇਜ ਨਹੀਂ ਦੇਣੀ ਵੀ ਜੇ ਇੱਕ ਅਸੈਸਮੈਂਟ ਹੁੰਦੀ ਹੈ, ਅਸੈਸਮੈਂਟ 'ਚ ਤੁਹਾਨੂੰ ਕੀ ਅਸੈਸ ਕੀਤਾ ਜਾਂਦਾ, ਫਿਜ਼ੀਕਲ ਪ੍ਰੈਪਰੇਸ਼ਨ ਕਿੰਨੀ ਹੋਣੀ ਚਾਹੀਦੀ ਹੈ। ਅਤੇ ਤੁਸੀਂ ਜਾਣਦੇ ਹੋ ਇਸ ਲਿਟਰਲੀ ਕਿ ਤੁਸੀਂ ਉੱਥੇ ਜਾ ਕੇ ਆਉਂਦੇ ਹੋ ਅਤੇ ਅਨਸਰਟਨ ਕਿ ਹੁਣ ਆਹ ਚੀਜ਼ ਕਰਨੀ ਹੈ, ਓਕੇ ਠੀਕ ਹੈ ਕਰ ਲੈਂਦੇ ਹਾਂ। ਹੁਣ ਤੁਸੀਂ ਇੰਟਰਵਿਊ ਦੇਣਾ, ਹੁਣ ਤੁਸੀਂ ਕਮਾਂਡ ਟਾਸਕ ਕਰਨੇ ਨੇ, ਕਿਉਂਕਿ ਆਰਮੀ ਦੇ ਵਿੱਚ ਜਿਹੜੀ ਇੱਕ ਟਰਮਨੋਲੋਜੀ ਵੀ ਵੱਖਰੀ ਹੈ, ਕਿਉਂਕਿ ਉਹ ਜਿਹੜੇ ਉਹਨੂੰ ਆਪਾਂ ਸਲੈਂਗ ਵਰਡਸ ਕਹਿ ਦਿੰਦੇ ਹਾਂ। ਸਲੈਂਗ ਇਨ ਅ ਸੱਚ ਵੇ ਕਿ ਆਪਣੀ ਇੱਕ ਟਰਮਨੋਲੋਜੀ ਹੁੰਦੀ ਹਰ ਚੀਜ਼ ਕਹਿਣ ਦੀ। ਸੋ ਉਸ ਚੀਜ਼ ਨੂੰ ਅੰਡਰਸਟੈਂਡ ਕਰਨਾ। ਸੋ ਐਗਜ਼ੈਕਟਲੀ ਇਟਸ ਆਲ ਬਿਲਡ ਅਪ ਔਨ ਦਾ ਮੈਂਟਲ ਰੈਜ਼ੀਲੀਅੰਸ। ਹੁਣ ਜੇ ਆਪਾਂ ਕੰਪੈਰੀਜ਼ਨ ਕਰਦੇ ਸੀ ਕਿ ਜਿਹੜੀ ਇੱਥੇ ਦੀ ਯੰਗਰ ਜਨਰੇਸ਼ਨ ਹੈਗੀ ਉਹਨਾਂ ਕੋਲ ਤਾਂ ਇੱਕ ਅਪਰ ਹੈਂਡ ਹੈਗਾ ਕਿ ਉਹਨਾਂ ਨੂੰ ਲੈਂਗੁਏਜ ਦੀ ਪ੍ਰੋਬਲਮ ਨਹੀਂ ਹੈਗੀ, ਕਮਿਊਨੀਕੇਸ਼ਨ ਦੀ ਪ੍ਰੋਬਲਮ ਨਹੀਂ ਹੈਗੀ, ਹੈ ਨਾ। ਫਿਰ ਵੀ ਦੇਰ ਇਜ਼ ਇਫ ਯੂ ਟੋਕ ਅਬਾਊਟ ਦ ਰਿਪਰੈਜ਼ੈਂਟੇਸ਼ਨ ਐਂਡ ਦ ਨੰਬਰ ਵਾਈਜ਼ ਉਨੇ ਨਹੀਂ ਹੈਗੇ ਜਿੰਨੇ ਹੋਣੇ ਚਾਹੀਦੇ ਨੇ। ਜੇ ਆਪਾਂ ਹੁਣ ਇੰਡੀਆ ਤੋਂ ਗੱਲ ਕਰੀਏ, ਜਿਹੜੇ ਇੰਡੀਆ ਤੋਂ ਆ ਕੇ ਇੱਥੇ ਜੁਆਇਨ ਕਰਦੇ ਨੇ, ਹੈ ਨਾ, ਉਹਨਾਂ ਨੂੰ ਇਹ ਸਭ ਚੈਲੰਜਸ ਫੇਸ ਕਰਨੇ ਪੈਂਦੇ ਨੇ। ਬਟ ਐਜ਼ ਅ ਰਿਪਰੈਜ਼ੈਂਟੇਸ਼ਨ ਜੇ ਆਪਾਂ ਰੇਸ਼ੋ ਦੀ ਗੱਲ ਕਰੀਏ ਤਾਂ ਸ਼ਾਇਦ ਜਿੰਨੇ ਹੁਣ ਆਪਣੇ ਆਰਮ ਫੋਰਸਿਸ ਦੇ ਵਿੱਚ ਜਿੰਨੇ ਸਿੱਖ ਹੈਗੇ ਨੇ ਉਹ ਆਈ ਥਿੰਕ ਇੰਡੀਅਨ ਓਰੀਜਨ ਦੇ ਜ਼ਿਆਦਾ ਨੇ ਕੰਪੇਅਰ ਟੂ ਹੋਮ ਗਰਾਊਂਡਸ। ਰੀਅਲੀ? ਹਾਂਜੀ ਬਿਲਕੁਲ। ਐਂਡ ਉਹੀ ਚੀਜ਼ ਆ ਜਾਂਦੀ ਕਿ ਹੁਣ ਆਪਾਂ ਕਈ ਵਾਰ ਮੈਂ ਆਪਣੇ ਫਰੈਂਡਸ ਨਾਲ ਬੈਠੇ ਹੋਣੇ ਗੱਲ ਕਰੀ ਦੀ ਯਾਰ ਕਿ ਕਾਸ਼ ਸਾਡੇ ਕੋਲ ਵੀ ਐਡਵਾਂਟੇਜ ਹੁੰਦਾ ਵੀ ਵੀ ਆਪਾਂ ਉਹ ਚੀਜ਼ ਕਰ ਸਕੀਏ। ਔਰ ਇਹ ਚੀਜ਼ ਕਿਉਂ ਕਿ ਇੱਥੇ ਦੀ ਰਿਪਰੈਜ਼ੈਂਟੇਸ਼ਨ ਘੱਟ ਕਿਉਂ ਹੈ। ਬਟ ਦੈਨ ਅਗੇਨ ਗੋਜ਼ ਬੈਕ ਟੂ ਦ ਲੈਕ ਆਫ ਐਜੂਕੇਸ਼ਨ ਕਿ ਜਿੱਦਾਂ ਉਹ ਉਹੀ ਗੱਲ ਕਰਦਾ ਸੀ ਕਿ ਪੇਰੈਂਟਸ ਨੂੰ ਪਤਾ ਨਹੀਂ ਹੈਗਾ ਵੀ ਇਹ ਚੀਜ਼ ਕਰਨੀ ਹੈ। ਕਿਉਂਕਿ ਉਹ ਦੂਜੀ ਗੱਲ ਆਪਣੀ ਆ ਜਾਂਦੀ ਹੈ ਵੀ ਜਿਹੜੀ ਆਪਣੀ ਪੇਰੈਂਟਸ ਦੀ ਮੈਂਟੈਲਿਟੀ ਹੁੰਦੀ ਹੈ ਕਿ ਨਹੀਂ ਤੁਸੀਂ ਡਾਕਟਰ ਬਣ ਜਾਓ ਜਾਂ ਟੀਚਰ ਬਣ ਜਾਓ ਜਾਂ ਤੁਸੀਂ IT ਸੈਕਟਰ 'ਚ ਜਾਣਾ ਹੈ। ਪਰ ਯਾਰ ਡਾਕਟਰ ਅਤੇ ਸਾਰਾ ਕੁਛ ਤੇ ਬੜਾ ਕਹੋ ਤੁਸੀਂ। ਪਹਿਲੀ ਗੱਲ ਮੈਂ ਬੜਾ ਇੰਪੋਰਟੈਂਟ ਹੈ, ਮੈਂ ਟਾਈਮ ਬੜੀ ਫਾਸਟ ਜਾ ਰਿਹਾ। ਤੁਸੀਂ 2, 5, 7 ਹਜ਼ਾਰ ਪਾਉਂਡ ਦਾ ਸੂਟ ਪਾ ਲਓ, ਵਨ ਆਫ ਦ ਮੋਸਟ ਐਕਸਪੈਂਸਿਵ ਸੂਟ ਪਾ ਕੇ ਤੁਸੀਂ ਕਿਤੇ ਜਾਂਦੇ ਹੋ, ਨੋਬਡੀ ਵਿਲ ਗਿਵ ਯੂ ਸੈਕਿੰਡ ਲੁੱਕ। ਯਾ ਔਰ ਤੁਸੀਂ ਕਿਤੇ ਵੀ ਉਤਰਦੇ ਹੋ, ਟ੍ਰੇਨ 'ਚ ਜਾਂਦੇ ਹੋ, ਕਿਤੇ ਲੰਡਨ ਜਾਂਦੇ ਹੋ, ਦ ਹੈਡ ਸਟਰਨ ਪਹਿਲਾਂ ਤੋਂ ਦੇਖਦੇ ਈਸ਼ਰ ਬੰਦੇ ਨੇ ਯੂਨੀਫਾਰਮ ਪਾਈ ਹੈ, ਫਿਰ ਦਸਤਾਰ ਦੇਖਦੇ ਨੇ। ਐਂਡ ਆਮ ਸ਼ੋਰ ਜਿੰਨੇ ਵੀ ਕਿਸੇ ਵੀ ਜਾਤ ਦਾ ਹੋਵੇ, ਵਾਰਡਰ ਕਮਿਊਨਿਟੀ ਹੋਵੇ, ਉਹ ਖੜ ਕੇ ਤੁਹਾਡੇ ਨਾਲ ਗੱਲ ਕਰੇਗਾ, ਤੁਹਾਨੂੰ ਹੈਲੋ ਕਹੇਗਾ, ਤੁਹਾਨੂੰ ਫਤਿਹ ਬੁਲਾਏਗਾ। ਕਿੰਨੀ ਪ੍ਰਾਈਡ ਦੀ ਗੱਲ ਹੈਗੀ ਹੈ। ਬਿਲਕੁਲ ਭਾਜੀ। ਔਰ ਇਸ ਚੀਜ਼ ਦਾ ਵਾਕਈ ਬਹੁਤ ਫਰਕ ਪੈਂਦਾ। ਹੁਣ ਮੈਂ ਕਦੇ ਵੀ ਸਪੈਸ਼ਲੀ ਹੁਣ ਟਵਿੱਟਰ 'ਤੇ ਕਦੇ ਵੀ ਕੋਈ ਟਵੀਟ ਕਰਾਂ, ਮੈਨੂੰ ਆਲ ਓਵਰ ਦ ਵਰਲਡ ਮੈਨੂੰ ਸਪੈਸ਼ਲੀ ਮੈਸੇਜ ਆਉਂਦੇ ਕਹਿੰਦੇ ਭਾਜੀ ਜਸਟ ਵਾਂਟ ਟੂ ਸੇ ਕਿ ਪੱਗ ਬਹੁਤ ਸੋਹਣੀ ਲੱਗਦੀ ਤੁਹਾਨੂੰ ਪਾਈ ਹੋਈ। ਵੈਰੀ ਐਬਸੋਲੂਟਲੀ। ਔਰ ਲੱਗਦਾ ਕਿ ਚਲੋ ਆਪਣਾ ਰਿਪਰੈਜ਼ੈਂਟੇਸ਼ਨ ਹੈਗਾ। ਸੋ ਆਲ ਅਬਾਊਟ ਰਿਪਰੈਜ਼ੈਂਟੇਸ਼ਨ ਥੀਸ ਡੇਜ਼ ਨਾ। ਸੋ ਬੜਾ ਫਖਰ ਮਹਿਸੂਸ ਹੁੰਦਾ, ਆਪਾਂ ਨੂੰ ਮਾਣ ਮਹਿਸੂਸ ਹੁੰਦਾ ਵੀ ਚਲੋ ਯਾਰ ਐਟਲੀਸਟ ਉਸ ਚੀਜ਼ ਦੀ ਵੈਲਿਊ ਹੋ ਰਹੀ ਹੈ ਜਾਂ ਲੋਕ ਖੁਸ਼ ਹੋ ਰਹੇ ਨੇ ਤੁਹਾਡੇ ਉਸ ਜਰਨੀ ਦੇ ਵਿੱਚ। ਸੋ ਅਗੇਨ ਉਹੀ ਆ ਜਾਂਦਾ ਕਿ ਨਹੀਂ ਜੇ ਆਹ ਚੀਜ਼ ਮੈਂ ਕਰ ਸਕਦਾ, ਆਮ ਸ਼ੋਰ ਕਿ ਮੇਰੇ ਤੋਂ ਵੀ ਵਧੀਆ ਟੈਲੈਂਟ ਬੈਠਿਆ ਹੋਇਆ ਸ਼ਾਇਦ ਕਿਤੇ ਵੀ, ਜਿੱਥੇ ਵੀ ਆਪਣੇ ਵਿਊਅਰ ਸੁਣ ਰਹੇ ਨੇ, ਉਹ ਅਗਰ ਸ਼ੋਅ ਨੂੰ ਦੇਖ ਰਹੇ ਨੇ ਜਾਂ ਸੁਣ ਰਹੇ ਨੇ ਤੇ ਆਈ ਥਿੰਕ ਦੇ ਸ਼ੁੱਡ ਨੀਡ ਟੂ ਲੁੱਕ ਮੋਰ ਓਪਰਚੁਨਿਟੀਜ਼ ਵਿਦ ਇਨ ਦੀ ਆਰਮੀ। ਮੈਂ ਆਪਣੇ ਮਨੀਸ਼ ਚੌਹਾਨ ਜੋ ਕਿ ਡਾਕਟਰ ਨੇ ਆਰਮੀ ਦੇ ਨਾਲ, ਉਹਨਾਂ ਦਾ ਸ਼ੁਕਰਾਨਾ ਕਰਾਂਗਾ। ਪਹਿਲਾਂ ਵੀ ਆ ਚੁੱਕੇ ਨੇ ਪਰ ਉਹਨਾਂ ਨੇ ਦੋਨਾਂ ਨੇ ਆਉਣਾ ਸੀਗਾ, ਉਹ ਕਿਸੇ ਹਾਲਤ ਪਿੱਛੇ ਨਹੀਂ ਆਏ ਪਏ ਅਤੇ ਇਕੱਲੇ ਆਏ ਨੇ। ਥੈਂਕ ਯੂ ਸੋ ਮਚ ਕਿ ਤੁਸੀਂ ਇੱਦਾਂ ਦੇ ਇੰਟੈਲੀਜੈਂਟ ਬੰਦੇ ਭੇਜਦੇ ਹੋ। ਹੁਣ ਮੈਂ ਥੋੜ੍ਹੀ ਬਹੁਤੀ ਹੋਰ ਗੱਲ ਕਰਨੀ ਹੈ। ਹਾਂਜੀ। ਤੁਸੀਂ ਪਹਿਲਾਂ ਸੀਗੇ ਸਟਾਫ ਸਰਜਨ ਨਾ? ਹਾਂਜੀ। ਦੈਟਸ ਕੁਆਇਟ ਸੀਨੀਅਰ ਪੋਜੀਸ਼ਨ ਹੈਗੀ। ਹੁਣ ਤੁਸੀਂ ਵਾਰੰਟ ਆਫਿਸਰ ਬਣ ਜਾਣਾ ਹੈ। ਹਾਂਜੀ ਭਾਜੀ ਮੇਰੀ ਪ੍ਰਮੋਸ਼ਨ ਹੋ ਗਈ ਹੈ ਕਲਾਸ 2। ਹਾਂਜੀ ਬਟ ਹਾਲੇ ਰੈਂਕ ਪਾਣਾ ਸ਼ੁਰੂ ਨਹੀਂ ਕੀਤਾ। ਹਾਂਜੀ ਥੈਂਕ ਯੂ। ਰੀਅਲੀ? ਹਾਂਜੀ। ਅੱਛਾ ਮੈਨੂੰ ਦੱਸੋ, ਜਦੋਂ ਤੁਸੀਂ ਪ੍ਰਮੋਸ਼ਨ ਅੱਗੇ ਜਾਂਦੇ ਹੋ, ਇਹਦਾ ਕੋਈ ਸਾਲ ਹੁੰਦੇ ਨੇ ਕਿ ਤੁਹਾਡੇ 'ਤੇ ਡਿਪੈਂਡ ਕਰਦਾ ਤੁਸੀਂ ਕਿੰਨੀ ਛੇਤੀ ਲੈਂਦੇ ਹੋ? ਭਾਜੀ ਦੋਵੇਂ ਚੀਜ਼ਾਂ ਹੁੰਦੀਆਂ। ਹਾਂ। ਸੋ ਆਈ ਥਿੰਕ ਜਿਹੜਾ ਆਰਮੀ ਦੇ ਵਿੱਚ ਹੁੰਦਾ ਕਿ ਜੋ ਤੁਸੀਂ ਸਰਟਨ ਰੈਂਕ 'ਤੇ ਪਹੁੰਚਦੇ, ਸਪੈਸ਼ਲੀ ਸੀਨੀਅਰ, ਯੂ ਹੈਵ ਟੂ ਸਪੈਂਡ ਸਰਟਨ ਟਾਈਮ ਇਨ ਦੈਟ ਰੈਂਕ। ਸੋ ਇੱਕ ਚੀਜ਼ ਤਾਂ ਹੋਊਗੀ। ਦੂਸਰੀ ਚੀਜ਼ ਹੁੰਦੀ ਹੈ ਕਿ
ਤੁਹਾਡੇ ਤੇ ਵੀ ਡਿਪੈਂਡ ਕਰਦਾ ਵੀ ਤੁਹਾਡੀ ਕ੍ਰੈਡੀਬਿਲਿਟੀ ਕਿੰਨੀ ਹੈ, ਤੁਹਾਡੇ ਵਰਕ ਐਥਿਕਸ What ਕਿੰਨੇ you want ਵਧੀਆ to ਨੇ। do, ਕਿੰਨੀ ਛੇਤੀ ਹਾਂਜੀ, ਹੋਣਾ ਔਰ ਜਿੰਨਾ ਤੁਸੀਂ ਆਪਣੇ ਆਪ ਨੂੰ ਜ਼ਿਆਦਾ ਪ੍ਰੂਵ ਕਰਦੇ ਹੋ, ਜਿੰਨਾ ਹਾਰਡ ਵਰਕ ਕਰਦੇ ਹੋ, ਫਿਰ ਤੁਹਾਡੀ ਜਿਹੜੀ ਚੇਨ ਆਫ ਕਮਾਂਡ ਇਸ ਚੀਜ਼ ਨੂੰ ਰੈਕਗਨਾਈਜ਼ ਕਰਦੀ ਹੈ ਔਰ ਉਹ ਫਿਰ ਤੁਹਾਨੂੰ ਟਾਈਮ ਤੋਂ ਪਹਿਲਾਂ ਵੀ ਪ੍ਰਮੋਸ਼ਨ ਮਿਲ ਜਾਂਦਾ। ਹੁਣ ਆਲਮੋਸਟ ਆਈ ਥਿੰਕ ਮੈਂ 2020 ਵਿੱਚ ਪ੍ਰਮੋਟ ਹੋਇਆ ਸੀਗਾ, ਹੁਣ ਮੈਨੂੰ ਲਿਟਰਲੀ 2.5 ਇਅਰਸ ਹੋਏ ਨੇ, ਇਸ ਤੋਂ ਬਾਅਦ ਮੈਨੂੰ ਉਹਨਾਂ ਨੇ ਸੈਕੰਡ ਪ੍ਰਮੋਸ਼ਨ ਦੇ ਦਿੱਤੀ ਹੈ। ਮੁਬਾਰਕ ਹੋਏ, ਬਹੁਤ ਅੱਛਾ। ਹਾਂਜੀ, ਭਾਜੀ ਮੈਂ ਥੋੜ੍ਹਾ ਜਿਹਾ ਤੁਸੀਂ ਬਿਕੋਜ਼ ਜਿਹੜੇ 에ਅਰਲਾਈਨਾਂ ਦੇ ਸਟ੍ਰਾਈਪਸ ਲੱਗੇ ਹੁੰਦੇ ਉਹ ਤੇ ਮੈਂ ਅੰਡਰਸਟੈਂਡ ਕਰਦਾ ਬਿਕੋਜ਼ ਆਈ ਵਰਕ ਵਿਦ 에ਅਰਲਾਈਨ। ਹਾਂਜੀ। ਅਸੀਂ ਉਹ ਯੂਨੀਫਾਰਮ ਪਾਉਂਦੇ ਸੀ, ਅਸੀਂ ਉਹਦੇ ਸੀ ਤੇ ਬੜੇ ਪ੍ਰਾਊਡ ਫੀਲ ਕਰਦੇ ਸੀਗੇ ਹਾਂਜੀ। ਕਿਉਂਕਿ ਯੂਨੀਫਾਰਮ ਚੀਜ਼ ਹੀ ਕੁਛ ਐਦਾਂ ਦੀ ਹੈ ਯਾਰ, ਬੇਸ਼ੱਕ ਦੀ ਆਰਮੀ ਦੇ ਹੈ ਜਾਂ ਕਿਸੇ ਕਿਤੇ ਤੁਸੀਂ 에ਅਰਲਾਈਨ 'ਚ ਕੰਮ ਕਰਦੇ ਹੋ ਨਾ, ਜਿੱਦਾਂ ਤੁਸੀਂ ਕੈਬਿਨ ਕਰੂ ਜਾਂ ਤੁਸੀਂ ਪਾਇਲਟ ਹੈਗੇ ਹੋ, ਹਾਂਜੀ। ਫਲਾਈ ਕਰਦੇ ਹੋ, ਹਰ ਤਾਂ ਬੜਾ ਫਰਕ ਪੈਂਦਾ ਉਹਦਾ। ਉੱਥੋਂ ਮੈਨੂੰ ਪਤਾ ਲੱਗ ਜਾਂਦਾ ਕਿ ਉਹ ਕਿਹੜੀ ਪੋਜੀਸ਼ਨ 'ਚ ਹੈ। ਹੁਣ ਤੁਹਾਡੇ ਸਟ੍ਰਾਈਪ ਦਾ ਕੁਝ ਸਮਝਾਓਗੇ ਕਿੱਦਾਂ ਹੈਗਾ? ਭਾਜੀ ਆਹ ਤਾਂ ਜਿਹੜੀ TRF ਆਪਾਂ ਨੂੰ ਕਹਿੰਦੇ ਆ ਜਿਹੜੀ ਮੇਰੀ ਹੈਗੀ, ਮੇਰੀ ਕੈਪ ਬੈਜ ਨੂੰ ਰਿਪਰੈਜ਼ੈਂਟ ਕਰਦੀ ਹੈ। ਹਾਂ। ਕਿਉਂਕਿ ਹਰ ਇੱਕ ਕੈਪ ਬੈਜ ਦਾ ਇੱਕ ਕਲਰਸ ਹੁੰਦੇ ਨੇ ਔਰ ਉਹ ਤੁਹਾਡੇ ਕਲਰਸ, ਤੁਹਾਡੀ ਜਿਹੜੀ ਸਟੇਬਲ ਬੈਲਟ ਹੁੰਦੀ ਹੈ, ਜੇ ਤੁਸੀਂ ਦੇਖੋਗੇ ਮੇਰੀ ਸਟੇਬਲ ਬੈਲਟ ਔਰ TRF ਜਿਹੜੇ ਸੇਮ ਨੇ ਔਰ ਉਸ ਦੇ ਰਿਲੇਟਡ ਹੀ ਤੁਹਾਡੀ ਜਿਹੜੀ ਜੇ ਤੁਸੀਂ ਸਿੱਖ ਹੋ, ਤੁਹਾਡੀ ਪੱਗ ਦਾ ਕਲਰ ਵੀ ਫਿਰ ਸੇਮ ਉਹੀ ਹੁੰਦਾ, ਕਿਉਂਕਿ ਹਰ ਇੱਕ ਆਰਮੀ ਦੇ ਵਿੱਚ ਜਿਹੜੀ ਇੱਕ ਵੱਡੀ ਆਰਗੇਨਾਈਜੇਸ਼ਨ ਹੈ ਉਹਦੇ ਵਿੱਚ ਵੱਖਰੇ ਵੱਖਰੇ ਕੈਪ ਬੈਜ ਹੈਗੇ ਨੇ ਅੱਛਾ। ਔਰ ਹਰ ਇੱਕ ਕੈਪ ਬੈਜ ਵੱਖਰਾ ਵੱਖਰਾ ਸਟ੍ਰੀਮਲਾਈਨ ਤੇ ਉਹਦੇ ਹਿਸਾਬ ਦੇ ਨਾਲ ਫਿਰ ਦਸਤਾਰ ਬੰਨਦੇ ਹੋ? ਹਾਂਜੀ, ਜੋ ਤੁਹਾਡੀ ਐਕਚੁਅਲੀ ਕੋਡ ਦੇ ਕਲਰ ਹੁੰਦਾ ਨਾ, ਜੋ ਉਹਦਾ ਬੈਰੀ ਦਾ ਕਲਰ ਹੁੰਦਾ, ਤੁਹਾਨੂੰ ਉਹਦੇ ਨਾਲ ਦੀ ਹੀ ਸੇਮ ਕਲਰ ਦੀ ਆਲਮੋਸਟ ਸੋ ਦਸਤਾਰ ਤੁਹਾਡੇ ਸਾਰਾ ਉਹ ਸਕਾਈ ਬਲੂ ਹੈਗਾ? ਹਾਂਜੀ, ਬਿਕੋਜ਼ ਮੈਂ ਜਿੱਦਾਂ ਅਪਾਚੀ ਹੈਲੀਕਾਪਟਰਸ ਨੇ, ਹੈਲੀਕਾਪਟਰਸ ਦੇ ਨਾਲ ਕੰਮ ਕਰਦਾ ਆਰਮੀ ਏਅਰ ਕੋ। ਸੋ ਸਾਡਾ ਜਿਹੜਾ ਹੈਗਾ, ਹੁਣ ਜੇ ਤੁਸੀਂ ਮੇਰਾ ਕੈਪ ਬੈਜ ਵੀ ਦੇਖੋ, ਇਹੀ ਗੱਲ ਹੈਗਾ, ਸੋ ਇਟਸ ਆਲ ਅਬਾਊਟ ਸਕਾਈ। ਸੋ ਅਗੇਨ ਜਿਹੜੇ ਮੇਰੇ ਪੱਗ ਦਾ ਰੰਗ ਰਿਪਰੈਜ਼ੈਂਟਸ ਦ ਸਕਾਈ। ਸਕਾਈ ਦਾ? ਹਾਂਜੀ, because it's all about being a pilot, not myself in the army, but representing the corps. ਟਾਈਮ ਬੜੀ ਫਾਸਟ ਜਾ ਰਿਹਾ, ਸਾਨੂੰ ਬ੍ਰੇਕ ਪਰ ਜਾਣਾ ਪਏਗਾ। ਪਲੀਜ਼ ਤੁਸੀਂ ਕਿਸੇ ਨੇ ਵੀ ਗੱਲ ਕਰਨੀ, ਪਲੀਜ਼ ਮੈਂ ਮਾਂ ਪਿਓ ਨੂੰ ਕਹਿੰਦਾ ਬੱਚਿਆਂ ਨੂੰ ਕਿਆ ਕਰੋ, ਦੇਖਿਆ ਕਰੋ। ਅਸੀਂ ਤਾਂ ਗੱਲਾਂ ਕਰੀ ਜਾਂਦੇ ਨੇ, ਕਿਸੇ ਤਰ੍ਹਾਂ ਦਾ ਤੁਸੀਂ ਸਵਾਲ ਪੁੱਛਣਾ, ਅਗਰ ਤੁਸੀਂ ਰਿਕਰੂਟ ਹੋਣਾ ਚਾਹੁੰਦੇ ਹੋ 에ਅਰ ਫੋਰਸ ਦੇ ਵਿੱਚ ਜਾਂ RF ਦੇ ਵਿੱਚ ਜਾਂ ਆਰਮੀ ਦੇ ਵਿੱਚ, ਤੁਸੀਂ ਕਾਲ ਕਰਕੇ ਇਹਨਾਂ ਕੋਲ ਐਡਵਾਈਸ ਲੈ ਸਕਦੇ ਹੋ। 0208 571 4279 ਤੁਸੀਂ ਕਾਲ ਕਰੋ, ਅਸੀਂ ਗੱਲਾਂ ਕਰਕੇ ਮੈਂ ਸਟਾਪ ਕਰਕੇ ਤੁਹਾਡਾ ਕਾਲ ਲਵਾਂਗੇ। ਐਟਲੀਸਟ ਥੋੜਾ ਇੰਟਰਸਟ ਸ਼ੋ ਕਰੋ। ਜ਼ਰੂਰੀ ਨਹੀਂ ਕਿ ਮੁੰਡੇ ਨੇ ਲੜਕੇ ਨੇ ਕਰਨਾ, ਲੜਕੀਆਂ ਦੀ ਵੀ ਬੜੀ ਅਪਰਚੂਨਿਟੀ ਹੈਗੀ ਹੈ, ਹਰ ਤਰੀਕੇ ਦੀ ਅਪਰਚੂਨਿਟੀ ਹੈਗੀ ਹੈ। ਪ੍ਰੋਗਰਾਮ ਦੇਖਦੇ ਰਹੋ, ਅਸੀਂ ਛੋਟੀ ਜਿਹੀ ਬ੍ਰੇਕ ਲੈ ਕੇ ਹੁਣੇ ਵਾਪਸ ਆਵਾਂਗੇ ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਟੂ ਦ ਸੈਕਿੰਡ ਪਾਰਟ। ਇਹ ਵੀ ਮੈਂ ਹਮੇਸ਼ਾ ਰਿਪੀਟ ਕਰਦਾ ਹੁੰਦਾ, ਪਲੀਜ਼ ਸ਼ੁਰੂਆਤ ਤੋਂ ਦੇਖਿਆ ਕਰੋ ਕਿ ਬੜੀ ਇੰਟਰਸਟਿੰਗ ਗੱਲਾਂ ਹੁੰਦੀਆਂ ਨੇ। ਕਿ ਦਫਾ ਜਦੋਂ ਵੀ ਤੁਸੀਂ ਕੋਈ ਮੂਵੀ ਦੇਖਦੇ ਹੋ ਜਾਂ ਕੋਈ ਤੁਸੀਂ ਪਾਰਟ ਸੁਣਦੇ ਹੋ, ਅੱਧੇ ਰਸਤੇ ਸੁਣੋ ਤੇ ਉਹ ਗੱਲ ਨਹੀਂ ਬਣਦੀ, ਸ਼ੁਰੂ ਤੋਂ ਪਕੜਿਆ ਕਰੋ, ਬੜਾ ਇੰਟਰਸਟਿੰਗ ਸ਼ੋ ਹੁੰਦਾ। ਕਾਲ ਕਰੋ, ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਸਵਾਲ ਪੁੱਛਣਾ, 0208 571 4279। ਅੱਛਾ ਲੱਗੇਗਾ ਅਗਰ ਕੋਈ ਇੰਟਰਸਟ ਸ਼ੋ ਕਰੇਗਾ। ਤੇ ਮੈਂ ਨਾ ਬਿਫੋਰ ਮੈਂ ਕਾਲ ਦੀ ਗੱਲ ਕਰਾਂ, ਸਾਡੇ 'ਚ ਲੈਕ ਆਫ ਇੰਟਰਸਟ ਕਿਉਂ ਦਿਖਾਉਂਦੀ ਸਾਡੀ ਕਮਿਊਨਿਟੀ, ਕਿਉਂ ਅੱਗੇ ਨਹੀਂ ਆ ਰਹੀ? ਮੈਂ ਬੜੀ ਕੋਸ਼ਿਸ਼ ਕਰਦਾ ਰੀਅਲੀ। ਦੇਖੋ ਮੈਨੂੰ ਕੁਛ ਨਹੀਂ ਮਿਲਦਾ, ਕੋਈ ਲੈਣਾ ਦੇਣਾ ਨਹੀਂ, ਪਰ ਮੈਨੂੰ ਹੈਗਾ ਕਿ ਕੋਈ ਨਾ ਕੋਈ ਸਾਡੇ ਬੱਚੇ ਆਉਣ, ਅੱਗੇ ਆਉਣ, ਇਹਦੇ ਵਿੱਚ ਬਣਨ, ਕਿਉਂਕਿ ਸਾਡੀ ਤਾਦਾਦ ਬਹੁਤ ਘੱਟ ਆ ਹਾਲੀ। ਹਾਂਜੀ ਭਾਜੀ, ਉਹ ਆਈ ਥਿੰਕ ਜਿਹੜੀ ਜੋ ਜਿੱਥੇ ਤੱਕ ਮੈਂ ਸੋਚ ਸਕਦਾ ਜਾਂ ਜਿੱਥੇ ਤੱਕ ਮੇਰਾ ਓਪੀਨੀਅਨ ਹੈਗਾ, ਆਈ ਥਿੰਕ ਇਟਸ ਲੈਕ ਆਫ ਐਜੂਕੇਸ਼ਨ ਇਨ ਟਰਮਸ ਆਫ ਓਪਰਚੁਨਿਟੀਜ਼, ਹੈ ਨਾ। ਹੁਣ ਆਪਣਾ ਜਿਹੜਾ ਇੱਕ ਮਾਈਂਡਸੈਟ ਬਣਿਆ ਹੋਇਆ, ਜਿਹੜੇ ਆਪਾਂ ਨੂੰ ਗੇਟਕੀਪਰਸ ਕਹਿੰਦੇ, ਜਿਹੜੇ ਸਾਡੇ ਪੇਰੈਂਟਸ ਹੈਗੇ। ਮੈਂ ਤੁਹਾਡੇ ਨਾਲ ਹੀ ਗੱਲ ਕਰਾਂਗਾ, ਮੇਰੇ ਇੱਕ ਦਿਮਾਗ 'ਚ ਗੱਲ ਆਉਂਦੀ, ਬੜੀ ਥੋਕ ਕੇ ਗੱਲ ਕਰਨੀ ਹੋ। ਤੁਸੀਂ ਕਹਿੰਦੇ ਲੈਕ ਆਫ ਐਜੂਕੇਸ਼ਨ ਹੈ। ਅਸੀਂ ਚੰਗੀਆਂ ਗੱਲਾਂ ਬੱਚੇ ਨੂੰ ਸਿਖਾਉਂਦੇ ਆ ਕਿ ਤੂੰ ਇਹ ਕਰ, ਉਹ ਭੈਣਿਆਂ ਤਾਂ ਬਗੈਰ ਸਿਖਾਏ ਤੋਂ ਸਿੱਖ ਜਾਂਦੇ ਨੇ। ਬਸ ਉਹੀ ਗੱਲ ਹੈ ਨਾ ਕਿ ਉੱਥੇ ਲੈਕ ਆਫ ਐਜੂਕੇਸ਼ਨ ਨਹੀਂ ਹੁੰਦੀ, ਕੁਛ ਨਹੀਂ ਹੁੰਦਾ, ਤਾਂ ਵੀ ਪਕੜ ਲੈਂਦੇ ਨੇ ਗਲਤ ਰਸਤਾ। ਹਿਊਮਨ ਨੇਚਰ ਹੈ ਜੀ, ਦੇਖੋ ਬੰਦਾ ਗਲਤ ਗੱਲ ਜਲਦੀ ਸਿੱਖਦਾ। ਪੁਆਇੰਟ ਹੈ ਨਾ ਬੜਾ। ਬਿਲਕੁਲ ਪੁਆਇੰਟ ਹੈ, ਹਾਂਜੀ ਬਿਲਕੁਲ ਪੁਆਇੰਟ ਹੈਗਾ। ਸੋ ਲੈਕ ਆਫ ਅਵੇਅਰਨੈਸ ਵੀ ਕਹਿ ਸਕਦੇ ਤੁਸੀਂ ਇਸ ਚੀਜ਼ ਨੂੰ, ਕਿ ਸ਼ਾਇਦ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਹੈਗਾ, ਜਾਂ ਜਿਹੜੇ ਕੋਈ ਵੀ ਲਿਮਿਟੇਸ਼ਨ ਹੋ ਸਕਦੀ ਹੈ, ਜਾਂ ਕੁਛ ਤੁਸੀਂ ਡਰ ਕਹਿ ਸਕਦੇ ਹੋ। ਵੀ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਇੱਕ ਆਰਮੀ ਦੀ ਇੱਕ ਪਰਸੈਪਸ਼ਨ ਬਣੀ ਹੋਈ ਵੀ ਜੇ ਤੁਸੀਂ ਆਰਮੀ ਜੁਆਇਨ ਕਰੋਗੇ, ਉਹਨਾਂ ਨੇ ਤੁਹਾਨੂੰ ਇੱਕ ਰਾਈਫਲ ਫੜਾ ਦੇਣੀ ਹੈ, ਉਹਨਾਂ ਨੇ ਤੁਹਾਨੂੰ ਕਿਤੇ ਭੇਜ ਦੇਣਾ 6 ਮਹੀਨੇ ਵਾਸਤੇ ਜਾਂ 2 ਸਾਲ ਵਾਸਤੇ, ਫਿਰ ਤੁਸੀਂ ਘਰ ਪਰਤਣਾ ਹੈ, ਜਾਂ ਪਤਾ ਨਹੀਂ ਤੁਸੀਂ ਮੁੜ ਕੇ ਦੁਬਾਰਾ ਕਦੋਂ ਉਸ ਚੀਜ਼ ਨੂੰ ਦੇਖੋਗੇ ਆਪਣੇ ਜਿਹੜੇ ਤੁਹਾਡੇ ਜਿਨ੍ਹਾਂ ਨੇ ਵੀ ਆਰਮੀ ਜੁਆਇਨ ਕੀਤੀ ਹੋਊਗੀ। ਬਟ
ਇਹੀ ਮੈਂ ਗੱਲ ਕਹਿਣਾ ਚਾਹੁੰਦਾ ਕਿ ਆਹ ਪਰਸੈਪਸ਼ਨ ਗਲਤ ਹੈਗੀ ਹੈ ਐਂਡ ਸਾਡੀ ਕੋਸ਼ਿਸ਼ ਜਿੰਨੀ ਵੀ ਕਮਿਊਨਿਟੀ ਇੰਗੇਜਮੈਂਟ ਕਰਨੀ ਹੈ, ਕਦੀ ਜਿੰਨੇ ਵੀ ਸਕੂਲ 'ਚ ਜਾਂਦੇ ਆ, ਜਿੰਨੇ ਵੀ ਅਸੀਂ ਇਵੈਂਟਸ ਅਟੈਂਡ ਕਰਨੇ ਆ, ਸਾਡਾ ਪਹਿਲਾ ਇਹੀ ਏਮ ਹੁੰਦਾ ਹੈ ਕਿ ਜਿਹੜੀ ਇਹ ਪਰਸੈਪਸ਼ਨ ਨੂੰ ਬ੍ਰੇਕ ਕੀਤਾ ਜਾਏ, ਤੋੜਿਆ ਜਾਏ ਕਿ ਆ ਜਿਹੜੇ ਤੁਸੀਂ ਸੋਚ ਰਹੇ ਹੋ ਇਹ ਚੀਜ਼ ਐਬਸੋਲੂਟਲੀ ਮਿਸਕਨਸੈਪਸ਼ਨ ਹੈਗੀ ਹੈ। ਫੈਮਿਲੀ ਲਾਈਫ ਪ੍ਰੋਪਰ ਹੁੰਦੀ ਹੈ, ਫੈਮਿਲੀ ਲਾਈਫ ਬਿਲਕੁਲ ਪ੍ਰੋਪਰ ਹੁੰਦੀ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਜਿੰਨਾ ਕੁ ਮੇਰਾ ਐਕਸਪੀਰੀਅੰਸ ਰਿਹਾ, ਆਰਮੀ ਇਜ਼ ਵੈਰੀ ਸਪੋਰਟਿਵ। ਵੈਰੀ ਸਪੋਰਟਿਵ। ਹਾਂਜੀ, ਵੈਰੀ ਸਪੋਰਟਿਵ। ਮੈਂ ਸੁਣਦਾ ਨਾ ਬੜੇ ਆਰਮੀ ਆਫਿਸਰ ਆਏ ਨੇ ਤੁਹਾਡੇ, ਬੜੇ ਕਾਫੀ ਮੈਂ ਸ਼ੌਕ ਕੀਤਾ ਉਹਨਾਂ ਨਾਲ। ਹਰ ਬੰਦਾ ਪਹਿਲੀ ਗੱਲ ਤੇ ਨਾ ਦੇਖੋ, ਇੱਕ ਬਹੁਤ ਇੰਪੋਰਟੈਂਟ ਗੱਲ ਹੁੰਦੀ ਹੈ, ਤੁਹਾਡੇ ਘਰ 'ਚ ਖੁਸ਼ੀ ਹੋਣੀ ਚਾਹੀਦੀ ਹੈ ਜਿੱਥੇ ਤੁਸੀਂ ਜ਼ਿਆਦਾ ਸਪੈਂਡ ਕਰਦੇ ਹੋ। ਦੂਸਰਾ, ਤੁਸੀਂ ਕੰਮ 'ਤੇ ਸਪੈਂਡ ਕਰਦੇ ਹੋ। ਇਹ ਜੋ ਜਗ੍ਹਾ 'ਚ ਅਗਰ ਤੁਸੀਂ ਖੁਸ਼ ਨਹੀਂ ਹੈਗੇ ਤਾਂ ਸਮਥਿੰਗ ਰੋਂਗ ਇਨ ਯੋਰ ਲਾਈਫ। ਹਾਂਜੀ, ਬਿਲਕੁਲ। ਹੁਣ ਤੁਸੀਂ ਬੇਹੱਦ ਖੁਸ਼ ਲੱਗਦੇ ਹੋ ਜੋ ਤੁਸੀਂ ਕਰ ਰਹੇ ਹੋ, ਪ੍ਰਾਈਡ ਬੈਠੇ ਹੋ, ਯੂ ਲੁੱਕ ਫਾਰਵਰਡ ਕਿ ਮੈਂ ਯੂਨੀਫਾਰਮ ਪਾ ਕੇ ਜਾ ਕੇ ਕਰਾਂ, ਇਸੇ ਕਰਕੇ ਤਾਂ ਤੁਹਾਡੀਆਂ ਪ੍ਰਮੋਸ਼ਨ ਹੋ ਰਹੀਆਂ ਨੇ। ਥੈਂਕ ਯੂ ਭਾਈ ਜੀ। ਨਹੀਂ, ਉਹ ਗੱਲ ਆ ਜਾਂਦੀ ਹੈ ਕਿ ਉਹਦੇ 'ਚ ਦੋ ਰੀਜ਼ਨ ਹੁੰਦੇ ਨੇ ਕਿ ਇੱਕ ਤਾਂ ਤੁਹਾਡਾ ਆਪ ਦਾ ਇੱਕ ਪੈਸ਼ਨ ਹੋਣਾ ਚਾਹੀਦਾ, ਇੱਕ ਆਪਣਾ ਇੰਟਰਸਟ ਹੋਣਾ ਚਾਹੀਦਾ, ਹੈ ਨਾ, ਤੁਹਾਡਾ ਇੱਕ ਡਰੀਮ ਹੋਣਾ ਚਾਹੀਦਾ, ਤੁਸੀਂ ਉਸ ਡਰੀਮ ਨੂੰ ਫੋਲੋ ਕਰਦੇ ਹੋ। ਔਰ ਦੂਜਾ, ਥੋੜ੍ਹੀ ਤੁਹਾਨੂੰ ਕਈ ਵਾਰ ਧੱਕਾ ਵੀ ਥੋੜ੍ਹਾ ਦੇਣਾ ਹੁੰਦਾ, ਪੁਸ਼ ਕਰਨਾ ਹੁੰਦਾ, ਹੈ ਨਾ। ਅਪਸ ਐਂਡ ਡਾਊਨਸ ਤਾਂ ਖੈਰ ਲਾਈਫ 'ਚ ਚੱਲਦੇ ਹੀ ਨੇ, ਬਟ ਗੱਲ ਉੱਥੇ ਆ ਜਾਂਦੀ ਕਿ ਜੋ ਅਗਰ ਤੁਹਾਡੇ ਅਪਸ ਨੇ ਤਾਂ ਤੁਸੀਂ ਖੁਸ਼ ਹੋ, ਜੇ ਤੁਸੀਂ ਡਾਊਨ ਹੋ ਤਾਂ ਵੀ ਤੁਸੀਂ ਸੇਮ ਲੈਵਲ ਮੇਨਟੇਨ ਕਰਨਾ ਹੁੰਦਾ, ਕਿਉਂਕਿ ਉਹ ਚੀਜ਼ ਸਾਡੇ ਵਾਸਤੇ ਬਹੁਤ ਜ਼ਰੂਰੀ ਹੁੰਦੀ। ਹੁਣ ਅੱਜ ਕੱਲ੍ਹ ਇਹੀ ਚੀਜ਼ ਜਿਹੜੀ ਆਪਾਂ ਜਿਹਨੂੰ ਮੈਂਟਲ ਰੈਜ਼ੀਲੀਅੰਸ ਕਹਿ ਦਿੰਦੇ ਆ, ਆਪਣੇ ਜਿਹੜੀ ਯੰਗਰ ਜਨਰੇਸ਼ਨ 'ਚ ਘੱਟ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਸ਼ਾਇਦ ਉਹਨਾਂ ਨੇ ਉਹਨਾਂ ਸਟਰਗਲ ਨਹੀਂ ਦੇਖਿਆ ਜਾਂ ਉਹਨਾਂ ਨੇ ਉਹੋ ਜਿਹੇ ਹਾਲਾਤ ਨਹੀਂ ਦੇਖੇ ਜੋ ਅਸੀਂ ਦੇਖੇ, ਤੁਸੀਂ ਦੇਖੇ ਹੋਣਗੇ ਉਸ ਟਾਈਮ। ਹਾਂਜੀ। ਸੋ ਆਈ ਥਿੰਕ ਤੁਸੀਂ ਜਦੋਂ ਉਹਨਾਂ ਹਾਲਾਤਾਂ ਜ਼ਿਆਦਾ ਨਿਕਲਦੇ, ਆਈ ਥਿੰਕ ਇਟ ਮੇਕਸ ਯੂ ਅ ਬੈਟਰ ਐਂਡ ਟਫਰ ਪਰਸਨ ਐਂਡ ਦੈਨ ਯੂ ਕੈਨ ਡੀਲ ਵਿਦ ਐਨੀ ਸਿਚੁਏਸ਼ਨ। ਪਰ ਤੁਹਾਡੀ ਆਰਮੀ ਦੇ ਵਿੱਚ ਤੁਹਾਨੂੰ ਬੜੇ ਪਰਕਸ ਹੈਗੇ ਨੇ, ਬੜੀ ਫੈਸਿਲਿਟੀ ਹੈਗੀਆਂ ਨੇ, ਮੈਡੀਕਲ ਦੀਆਂ ਹੋਈਆਂ, ਇੰਸ਼ੋਰੈਂਸ ਦੀ ਹੋਈ, ਤੁਹਾਡੀ ਇਹਨਾਂ ਦੀ ਹਾਊਸਿੰਗ ਦੀ ਹੁੰਦੀ ਹੈ, ਹਰ ਤਰ੍ਹਾਂ ਦੀ, ਬੱਚਿਆਂ ਦੇ ਸਕੂਲਾਂ ਦੀ, ਹਰ ਤਰ੍ਹਾਂ ਦੀ। ਤੁਹਾਨੂੰ ਥੋੜ੍ਹਾ ਬਹੁਤਾ ਦੱਸੋਗੇ ਉਹਦੇ ਵਿੱਚ? ਹਾਂਜੀ, ਦੇਖੋ, ਆਰਮੀ ਜੁਆਇਨ ਕਰਨ ਦੀ ਓਪਰਚੁਨਿਟੀਜ਼ ਬਹੁਤ ਜ਼ਿਆਦਾ ਨੇ। ਇੱਕ ਤਾਂ ਉਹਨੂੰ ਮੈਂ ਇੱਦਾਂ ਬ੍ਰੇਕ ਡਾਊਨ ਕਰਦਾ, ਉਹ 'ਚ ਦੋ ਪਰਸੈਪਸ਼ਨ ਹੈਗੀਆਂ ਭਾਜੀ। ਇੱਕ ਤਾਂ ਜੇ ਤੁਸੀਂ ਇਕੱਲਾ ਪੇ ਸਕੇਲ ਦੇਖਦੇ ਹੋ ਤਾਂ ਫਿਰ ਤੁਹਾਨੂੰ ਲੱਗਦਾ ਕਿ ਸ਼ਾਇਦ ਯਾਰ ਉਨੇ ਪੈਸੇ ਉਨਾ ਜਿਹੜੀ ਮੇਰੀ ਬ੍ਰੈਕਟ ਹੈ ਇਹਨੂੰ ਮੈਨੂੰ ਮੈਚ ਨਹੀਂ ਕਰਦਾ। ਬਟ ਜੋ ਤੁਸੀਂ ਐਕਸਟਰਾ ਪਰਕਸ ਐਡ ਕਰਨੇ ਸ਼ੁਰੂ ਕਰ ਦਿੰਦੇ ਹੋ, ਫਿਰ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਵਾਕਈ ਇਹ ਚੀਜ਼ ਹੈਗੀ। ਫੋਰ ਐਗਜ਼ਾਮਪਲ, ਜੇ ਸਾਰਾ ਐਡ ਕਰੋ ਨਾ। ਹਾਂਜੀ, ਮੈਂ ਉਹੀ ਗੱਲ ਕਹਿ ਰਿਹਾ, ਮੰਨ ਲਓ ਹੁਣ ਜੇ ਤੁਸੀਂ ਮੈਰਿਡ ਹੋ ਤੇ ਤੁਹਾਨੂੰ 3 ਬੈਡਰੂਮ ਘਰ ਮਿਲ ਰਿਹਾ, ਠੀਕ ਹੈ, ਜੇ ਤੁਸੀਂ ਉਹੀ ਘਰ ਤੁਸੀਂ ਬਾਹਰ ਕਿਤੇ ਰੈਂਟ ਤੇ ਲੈਂਦੇ, ਤੁਹਾਨੂੰ 1500 2000 ਤਾਂ ਨੋਰਮਲੀ ਚੱਲੂਗਾ। ਹਾਂਜੀ, ਤੇ ਤੁਸੀਂ ਆਰਮੀ ਦੇ ਵਿੱਚ ਆਲਮੋਸਟ ਆਈ ਥਿੰਕ 200 300 ਜਾਂ 350 ਪਾਉਂਡ ਤੱਕ ਹੀ ਤੁਸੀਂ ਮੰਥਲੀ ਰੈਂਟ ਪੇ ਕਰਦੇ ਹੋ। ਸੋ ਯੂ ਸੇਵਿੰਗ ਆਲਮੋਸਟ ਦੈਟ ਮਨੀ ਫਰੋਮ ਦੈਟ ਸਾਈਡ। ਹੁਣ ਤੁਸੀਂ ਉਹ ਆਪਣੀ ਹੋਰ ਪੈਕੇਜ ਐਡ ਕਰ ਲੈਂਦੇ ਹੋ। ਜੇ ਤੁਸੀਂ ਹੁਣ ਆਰਮੀ 'ਚ ਰਹਿਣ ਦਾ ਇੱਕ ਹੋਰ ਸਭ ਤੋਂ ਵੱਡਾ ਜਿਹੜਾ ਬੈਨੀਫਿਟ ਹੈਗਾ, ਜੇ ਤੁਹਾਡੇ ਬੱਚੇ ਹੈਗੇ ਨੇ, ਕਿਡਸ ਐਜੂਕੇਸ਼ਨ। ਹੁਣ ਮੈਂ ਜੇ ਗੱਲ ਕਰਾਂ, ਜੇ ਕੋਈ ਮੇਰਾ ਬੱਚਾ ਹੋਏ ਤੇ ਉਹ ਸ਼ਾਇਦ ਮੈਂ ਉਹਨੂੰ ਬੋਰਡਿੰਗ ਸਕੂਲ ਅਫੋਰਡ ਨਹੀਂ ਕਰ ਸਕਦਾ ਜੇ ਮੈਂ ਆਰਮੀ 'ਚ ਨਾ ਹੋਵਾਂ, ਬਟ ਆਰਮੀ ਪੇਜ਼ ਫॉर द ਬੋਰਡਿੰਗ ਸਕੂਲ ਨੂੰ ਆਪਾਂ CEA ਕਹਿੰਦੇ ਆ, ਕੰਟੀਨਿਊਟੀ ਐਜੂਕੇਸ਼ਨ ਅਲਾਊਂਸ। ਕੀ ਬਾਤ ਹੈ, ਕੀ ਬਾਤ ਹੈ। ਸੋ ਆਰਮੀ ਆਲਮੋਸਟ ਪੇ 90% ਆਫ ਦ ਬੋਰਡਿੰਗ ਫੀਸ। ਤੁਸੀਂ ਕੋਈ ਵੀ ਸਕੂਲ ਪਿਕ ਕਰ ਸਕਦੇ ਹੋ, ਐਨੀ ਟੌਪ ਸਕੂਲ ਇਨ ਦ ਕੰਟਰੀ ਵਿਚ ਇਜ਼ ਐਫੀਲੀਏਟਿਡ ਵਿਦ ਦੀ ਆਰਮੀ। ਹੁਣ ਜਿੱਦਾਂ ਹੁਣ ਜੇ ਮੈਂ ਗੱਲ ਕਰਾਂ, ਜਿਹੜਾ ਮੇਰਾ ਮੁੰਡਾ ਹੈਗਾ, ਹੀ ਇਜ਼ 10 years old, ਇਜ਼ ਗੋਇੰਗ ਟੂ ਬੋਰਡਿੰਗ ਦਿਸ ਈਅਰ ਸੈਪਟੈਂਬਰ ਦੇ ਵਿੱਚ। ਉਹਦੀ ਇੱਕ ਟਰਮ ਫੀਸ ਹੈਗੀ ਆਲਮੋਸਟ 50,000 pound ਐਂਡ ਆਈ ਵੁਡਨਟ ਬੀ ਏਬਲ ਟੂ ਅਫੋਰਡ ਦੈਟ। ਬਟ ਉਹ ਜਿਹੜੇ 90% ਹੈ, ਦੈਟਸ ਗੈਟਿੰਗ ਪੇਡ ਬਾਈ ਦੀ ਆਰਮੀ ਐਂਡ ਮੈਂ ਉਹ 'ਚ ਸਿਰਫ ਉਹਦਾ 10% ਪੇ ਕਰਨਾ। ਦੈਟਸ ਅਗੇਨ ਮੋਰ ਥਿੰਗ। ਦੂਜੀ ਗੱਲ ਜੇ ਉਹ 'ਚ ਆ ਜਾਂਦੀ ਪਰਸਨਲ ਐਂਡ ਪ੍ਰੋਫੈਸ਼ਨਲ ਡਿਵੈਲਪਮੈਂਟ। ਭਾਜੀ ਦੈਟਸ ਦ ਮੇਨ ਥਿੰਗ ਫॉर ਮੀ, ਦੈਟਸ ਬਿਯੋਂਡ ਮਨੀ। ਜੇ ਆਪਾਂ ਪਰਸਨਲ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਆਰਮੀ ਜਿਹੜਾ ਤੁਹਾਨੂੰ ਕੋਰਸਿਸ 'ਤੇ ਭੇਜਦੀ ਹੈ, ਤੁਹਾਨੂੰ ਸਕਿੱਲਸ 'ਚ ਇਨਵੈਸਟ ਕਰਦੀ ਹੈ। ਜਿਹੜੇ ਤੁਹਾਡੇ ਡਰਾਈਵਿੰਗ ਲਾਇਸੈਂਸ ਨੇ, ਤੁਹਾਨੂੰ ਜੋ ਵੀ ਹੈ ਉਹ ਸਭ ਪੇਡ ਬਾਈ ਦੀ ਆਰਮੀ। ਜੋ ਵੀ ਤੁਸੀਂ ਸਿੱਖਣਾ, ਹਾਂ। ਜੇ ਤੁਸੀਂ ਹਾਇਰ ਐਜੂਕੇਸ਼ਨ ਕਰਨੀ ਹੈ, ਜਿੱਦਾਂ ਮੈਂ ਹੁਣ ਮਾਸਟਰਸ ਕਰ ਰਿਹਾ ਮੈਂ ਥਰੂ ਕ੍ਰੈਂਡਫਿਲ ਯੂਨੀਵਰਸਿਟੀ, ਆਈ ਥਿੰਕ ਉਹਦੀ ਫੀਸ ਹੋਣੀ ਹੈ ਅਬਾਊਟ 18,000 pound। ਦੈਟਸ ਅਗੇਨ ਫੁਲੀ ਪੇਡ ਬਾਈ ਦੀ ਆਰਮੀ। ਮੈਨੂੰ ਆਪਣੇ ਕੋਲੋਂ ਕੁਛ ਵੀ ਇੱਕ ਪੈਨੀ ਵੀ ਨਹੀਂ ਖਰਚ ਕਰਨੀ ਪਈ ਜਾਂ ਲਾਣੀ ਪਈ। ਸੋ ਦੀਜ਼ ਆਰ ਦ ਪਰਕਸ ਬੀਇੰਗ ਪਰਸਨਲ। ਹੁਣ ਪ੍ਰੋਫੈਸ਼ਨਲ ਤੁਸੀਂ ਉਹੀ ਗੱਲ ਆ ਜਾਂਦੀ ਹੈ, ਜਿਹੜਾ ਤੁਸੀਂ ਕੋਰਸਿਸ ਵਗੈਰਾ ਕਰਦੇ ਹੋ ਜਾਂ ਆਰਮੀ ਤੁਹਾਨੂੰ ਪੇ ਕਰਦੀ ਹੈ ਕੋਰਸਿਸ ਕਰਨ ਦੇ। ਜਿੱਦਾਂ ਹੁਣ ਮੈਂ ਇਸ ਵੀਕਐਂਡ 'ਤੇ ਮੈਂ ਇੱਕ 2 ਦਿਨ ਦਾ ਕੋਰਸ ਕੀਤਾ, ਇਟਸ ਆਲ ਅਬਾਊਟ ਬੀਇੰਗ ਅ ਮਾਊਂਟਨ ਬਾਈਕ ਲੀਡਰ ਕੋਰਸ। ਤੁਸੀਂ ਹੁਣ ਗਰੁੱਪ ਲਿਜਾ ਸਕਦੇ ਹੋ। ਆਰਮੀ ਪੇਜ਼ ਯੂ ਓਵਰ ਦ ਵੀਕਐਂਡ ਟੂ ਗੋ ਐਂਡ ਡੂ ਦਿਸ ਕੋਰਸਿਸ। ਸੋ ਆਲ ਦਿਸ ਓਪਰਚੁਨਿਟੀ, ਇੰਜੋਇਮੈਂਟ, ਹਾਂਜੀ, ਸਾਰਾ ਕੁਝ, ਜਿਹੜਾ ਐਡਵੈਂਚਰ ਹੈ, ਦੈਟਸ ਪ੍ਰਾਈਸਲੈਸ।
ਸੋ ਤੁਸੀਂ ਮੈਨੂੰ ਇਹ ਗੱਲ ਪੁੱਛੀ ਮੈਂ ਖੁਸ਼ ਦਿਖਦਾ, ਮੈਂ ਖੁਸ਼ ਤਾਂ ਦਿਖਦਾ ਬਿਕੋਜ਼ ਆਈ ਅਚੀਵਡ ਸੋ ਮੈਨੀ ਥਿੰਗਸ। ਜਿਹੜੀਆਂ ਓਪਰਚੁਨਿਟੀਜ਼ ਮੈਨੂੰ ਮਿਲੀਆਂ, ਆਈ ਹੈਵ ਬੀਨ ਲੱਕੀ ਇਨਫ ਟੂ ਬੀ ਐਟ ਦ ਰਾਈਟ ਪਲੇਸ ਐਟ ਦ ਰਾਈਟ ਭਾਜੀ ਟਾਈਮ। ਦੇਖੋ ਜਿਹੜਾ ਨਾ ਮੈਂ ਜਰਾ ਹੋਰ ਐਂਗਲ 'ਚ ਦੇਖਦਾ ਪਿਆ, ਯੂਨੀਫਾਰਮ 'ਚ ਇਨਸਾਨ ਤੁਹਾਡੇ ਵਾਂਗੂ ਪ੍ਰੋਪਰ ਬਿਲਟ ਖੁਸ਼ ਹੈਗੇ ਹੋ, ਤੁਹਾਡੀ ਪਰਸਨੈਲਿਟੀ ਹੈਗੀ ਹੈ। ਬੱਚੇ ਜਿਹੜੇ ਤੁਹਾਡਾ 8 ਸਾਲ ਦਾ 5 ਸਾਲ ਦਾ ਸਕੂਲ ਜਾਂਦੇ ਨੇ, ਤੁਹਾਡਾ ਪਿਓ ਮਲਟੀ ਮਿਲੀਅਨਰ ਹੈਗਾ, ਕੋਈ ਨਹੀਂ ਜਾਣਦਾ। ਹਾਂਜੀ। ਉਹ ਬੈਂਕ ਦਾ ਡਾਇਰੈਕਟਰ ਹੈਗਾ ਜਾਂ ਓਨਰ ਹੈਗਾ, ਕੋਈ ਨਹੀਂ ਜਾਣਦਾ। ਫੈਕਟਰੀ ਅੱਗੇ ਕੋਈ ਨਹੀਂ ਜਾਣਦਾ। ਜਦੋਂ ਬੱਚੇ ਦੇਖਦਾ ਕਿ ਮੇਰਾ ਬਾਪ ਇੱਕ ਆਰਮੀ 'ਚ ਯੂਨੀਫਾਰਮ ਪਾ ਕੇ ਜਾਂਦਾ ਹੈ, ਰੈਂਕ ਕੋਈ ਨਹੀਂ ਦੇਖਦਾ ਉਦੋਂ, ਲੇਕਿਨ ਯੂਨੀਫਾਰਮ ਸਾਰਾ ਕਵਰ ਕਰ ਜਾਂਦੀ ਰਿਸਪੈਕਟ, ਹਾਂਜੀ ਭਾਜੀ ਹੈ। ਬੱਚਿਆਂ ਦੇ ਵਿੱਚ ਕਿੰਨੀ ਉਹ ਰਿਸਪੈਕਟ ਹੁੰਦੀ ਹੈ, ਲੁਕਸ ਅਪ ਟੂ ਹਿਸ ਫਾਦਰ, ਬਿਕਾਜ਼ ਉਹ ਜਦੋਂ ਉਹਨੂੰ ਦੇਖਦਾ ਉਹਦੇ ਤੇ ਉਹ ਚੀਜ਼ ਆ ਜਾਂਦੀ ਕਿ ਮੈਂ ਜੇ ਕੁਝ ਜ਼ਿਆਦਾ ਨਹੀਂ ਬਣ ਸਕਾਂ, ਮੇਰੇ ਪਿਓ ਤੱਕ ਤਾਂ ਮੈਂ ਪਹੁੰਚਾਂ। ਬਿਲਕੁਲ, ਫੈਮਿਲੀ ਅਪਬ੍ਰਿੰਗਿੰਗ ਇਜ਼ ਮਸਟ ਭਾਜੀ। ਹੈਗੇ ਨਾ ਜੇ ਤੁਸੀਂ ਐਜ਼ ਅ ਪੇਰੈਂਟਸ ਆਪਣੇ ਬੱਚਿਆਂ ਦੇ ਵਿੱਚ ਡਿਸਪਲਿਨ ਇਨਸਟਿਲ ਨਹੀਂ ਕਰ ਸਕਦੇ ਹੈ ਨਾ, ਜਾਂ ਉਹਨਾਂ ਨੂੰ ਉਹ ਵੈਲਿਊਜ਼ ਨਹੀਂ ਦੇ ਸਕਦੇ, ਤਾਂ ਆਈ ਥਿੰਕ ਐਜ਼ ਅ ਪੇਰੈਂਟਸ ਆਪਾਂ ਵੀ ਕਿਤੇ ਨਾ ਕਿਤੇ ਥੋੜ੍ਹੇ ਬਹੁਤੇ ਕਸੂਰਵਾਰ ਹੈਗੇ ਆ। ਬਟ ਆਈ ਥਿੰਕ ਦ ਗੁੱਡ ਬੈਨੀਫਿਟ ਬੀਇੰਗ ਇਨ ਦੀ ਆਰਮੀ, ਬਿਕਾਜ਼ ਜੋ ਤੁਸੀਂ ਆਰਮੀ ਜੁਆਇਨ ਕਰਦੇ ਹੋ, ਤੁਹਾਨੂੰ ਡੇ 1 ਤੋਂ ਜਿਹੜੀ ਆਰਮੀ ਦੀ ਕੋਰ ਵੈਲਿਊਜ਼ ਐਂਡ ਸਟੈਂਡਰਡਸ ਨੇ ਹੈ ਨਾ, ਜਿਸ 'ਚ ਸੈਲਫਲੈਸ ਕਮਿਟਮੈਂਟ ਹੋ ਗਿਆ, ਲੋਇਲਟੀ ਹੋ ਗਈ, ਡਿਸਪਲਿਨ ਹੋ ਗਿਆ, ਆਪ ਚੀਜ਼ਾਂ ਤੁਹਾਡੇ 'ਚ ਡਰਿਲ ਕੀਤੀਆਂ ਜਾਂਦੀਆਂ। ਪਰ ਜੇ ਡਿਸਿਪਲਿਨ 'ਤੇ ਨਾ ਮੈਂ ਸਲੂਟ ਕਰਦਾ ਆਰਮੀ ਦਾ। ਮੈਂ ਕੋਈ ਰਿਐਲਿਟੀ ਸ਼ੋਅ ਦੇਖਦਾ ਜਿਹੜੇ ਇੰਡੀਆ ਚੈਨਲ ਆਉਂਦੇ ਹੈਗੇ ਨਾ, ਹਾਂਜੀ। ਅਤੇ ਉੱਥੇ ਆਪਣੇ ਬਜ਼ੁਰਗ ਸੀਗੇ ਅਤੇ ਉਹ ਆਡੀਅנס 'ਚ ਬੈਠੇ ਸੀਗੇ, ਆਪਣੇ ਸਰਦਾਰ ਪ੍ਰੋਪਰ। ਅਤੇ ਉਹ ਜਦੋਂ ਖੜਾ ਹੋਇਆ ਨਾ, ਗੱਲ ਕਰਨ ਉਹਨੇ ਕੁਛ ਹੋਸਟ ਦੇ ਨਾਲ ਗੱਲ ਕਰਨੀ ਸੀਗੀ ਨਾ, ਯੂ ਕੈਨ ਟੈਲ ਕਿ ਇਹ ਬੰਦਾ ਆਰਮੀ ਦਾ ਬੰਦਾ ਹੈ। ਰਿਟਾਇਰ ਹੋਇਆ, ਯੂਨੀਫਾਰਮ ਨਹੀਂ ਪਾਈ ਉਹਨੇ, ਆਰਡੀਨਰੀ ਕੱਪੜੇ ਪਾਏ ਨੇ। ਉਹਦਾ ਐਟੀਟਿਊਡ, ਉਹਦਾ ਪੋਸਚਰ, ਉਹਦਾ ਡਿਸਿਪਲਿਨ, ਉਹਦਾ ਦ ਵੇ ਆਫ ਟਾਕਿੰਗ, ਉਹ ਉਦੋਂ ਵੀ ਸੀਗਾ ਰਿਟਾਇਰ ਦੇ ਨਾਲ ਵੀ ਉਹਦਾ। ਦੇਖੋ ਤੁਸੀਂ ਕਿੱਥੇ ਤੱਕ ਕੈਰੀ ਕਰਦੇ ਹੋ। ਬਿਲਕੁਲ, ਉਹਦਾ ਵੇ ਆਫ ਟਾਕਿੰਗ ਜਿੱਦਾਂ ਉਹਨੇ ਗੱਲ ਕੀਤੀ। ਅਤੇ ਜਦੋਂ ਉਹਨੇ ਕਿਹਾ ਨਾ ਕਿ ਮੈਂ ਯਾਰ ਮੈਂ ਬਹੁਤ ਇਹ ਚੀਜ਼ ਨੂੰ ਦਾਅ ਦਿੰਦਾ ਕਿ ਕਹਿੰਦਾ, ਉਹਨੇ ਪੁੱਛਿਆ ਹੋਸ਼ ਦੇ, ਕਹਿੰਦਾ ਤੁਸੀਂ ਕਿਤੇ ਆਰਮੀ ਦਾ ਤਾਂ ਨਹੀਂ ਸੀਗੇ? ਕਹਿੰਦਾ ਹਾਂਜੀ। ਜਿੰਨੇ ਆਡੀਅנס ਬੈਠੇ ਸਾਰੇ ਨੇ ਤੌੜੀ ਮਾਰਿਆ ਕਿ ਇੱਥੇ ਇੱਕ ਆਰਮੀ ਦਾ ਆਫਿਸਰ ਬੈਠਾ ਹੈ। ਬਣਦੀ ਹੈ ਭਾਜੀ, ਰਿਸਪੈਕਟ ਦੇਖੋ ਯਾਰ, ਰਿਸਪੈਕਟ ਬਣਦੀ ਹੈ। ਇਹ 'ਚ ਤਾਂ ਕੋਈ ਸ਼ੱਕ ਨਹੀਂ ਹੈਗਾ। ਜਦੋਂ ਤੁਸੀਂ ਰਿਸਪੈਕਟ ਜਿਹੜੀ ਅਰਨ ਰਿਸਪੈਕਟ ਜਿਹੜੀ ਤੁਹਾਨੂੰ ਯੂਨੀਫਾਰਮ ਕਰਕੇ ਮਿਲਦੀ ਹੈ, ਜਿੱਦਾਂ ਤੁਸੀਂ ਪਹਿਲਾਂ ਕਿਹਾ ਸੀ ਕਿ ਡਜ਼ਨਟ ਮੈਟਰ ਕਿ ਜੇ ਤੁਸੀਂ ਸਿਵਿਲੀਅਨ ਸਟੇਟ ਦੇ ਵਿੱਚ ਹੈਗੇ ਹੋ, ਰਿਗਾਰਡਲੈਸ ਆਫ ਯੋਰ ਰੈਂਕ ਜਾਂ ਜਿੰਨਾ ਵੀ ਤੁਸੀਂ ਪੈਸਾ ਕਮਾ ਰਹੇ ਹੋ, ਉਹ ਚੀਜ਼ ਤੁਹਾਨੂੰ ਉਨੀ ਨਹੀਂ ਮਿਲ ਸਕਦੀ ਜੋ ਤੁਹਾਨੂੰ ਇੱਕ ਯੂਨੀਫਾਰਮ ਦੇ ਥਰੂ ਮਿਲਦੀ ਹੈ। ਸੋ ਡੈਫੀਨਿਟਲੀ ਦੈਟਸ ਅ ਮੈਸਿਵ ਓਪਰਚੁਨਿਟੀ। ਮੈਨੂੰ ਥੋੜ੍ਹਾ ਜਿਹਾ ਦੱਸੋ, ਮੈਂ ਤੁਹਾਡੇ ਬਾਰੇ ਵੀ ਬੜਾ ਪੁੱਛਣਾ ਚਾਹੁੰਦਾ। ਜੇ ਕਿਸੇ ਨੇ ਬੜੇ ਲੋਕ ਇੰਟਰਸਟਡ ਹੈਗੇ ਨੇ ਪਾਇਲਟ ਬਣਨ ਦੇ ਵਿੱਚ, ਹਾਂਜੀ, RF ਦੇ ਵਿੱਚ ਬਣ ਕੀ ਖਰਚਾ, ਕੀ ਹਿਸਾਬ ਆ ਉਹਦਾ? ਹਾਊ ਡੂ ਦੇ ਕੈਨ ਡੂ ਇਟ? So Paji, I think that's again one of the best career in the army. Absolutely. Being a pilot. I can only talk about from the army perspective, ਹਾਂਜੀ, rather than ki RAF. So ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ 'ਚ ਉਹ ਚੀਜ਼ ਹੈਗੀ ਹੈ, then you ਆਪਣੀ ਚੇਨ ਆਫ ਕਮਾਂਡ ਨੂੰ ਕਹਿੰਦੇ ਕਿ ਆਈ ਵਾਂਟ ਟੂ ਬੀ ਪਾਇਲਟ। ਜਾਂ ਜੇ ਤੁਸੀਂ ਸੋ ਦੇਰ ਇਜ਼ ਅ 2 ਵੇ ਯੂ ਕੈਨ ਬੀ ਅ ਪਾਇਲਟ ਇਨ ਦੀ ਆਰਮੀ। ਇੱਕ ਜਾਂ ਤੁਸੀਂ ਕਮਿਸ਼ਨ ਲੈਂਦੇ ਹੋ ਆਰਮੀ ਇੱਕ ਉਹਦੇ ਵਿੱਚ, ਠੀਕ ਹੈ, ਉਹ ਤੁਸੀਂ ਜੇ ਐਜ਼ ਏ ਆਫਿਸਰ ਆਏ ਹੋ, ਜੇ ਤੁਸੀਂ ਆਪਣਾ ਐਪਟੀਟਿਊਡ ਟੈਸਟ ਵਗੈਰਾ ਕਲੀਅਰ ਕਰਦੇ ਹੋ, ਜੋ ਵੀ ਤੁਹਾਡਾ ਇੱਕ ਅਸੈਸਮੈਂਟ ਹੁੰਦੀ ਹੈ ਫਲਾਈਂਗ ਦੀ, ਹਾਂਜੀ ਨੋਰਮਲ, ਉਹ ਤੁਹਾਨੂੰ ਜਿਹੜਾ ਤੁਸੀਂ ਜਾਂਦੇ ਹੋ, ਆਈ ਥਿੰਕ ਯੂ ਸਪੈਂਡ ਅਬਾਊਟ 5 days ਤੁਸੀਂ ਇੰਸਟਰਕਟਰ ਦੇ ਨਾਲ। ਉਹ ਫਿਰ ਤੁਹਾਨੂੰ ਗੇਜ ਕਰਦੇ ਨੇ ਕਿ ਵਾਕਈ ਤੁਸੀਂ ਸੇਫਲੀ ਇਹ ਚੀਜ਼ ਨੂੰ ਹੈਂਡਲ ਕਰ ਸਕਦੇ ਹੋ। ਉਹ ਪਾਸ ਹੋਣ ਤੋਂ ਬਾਅਦ ਦੈਨ ਤੁਹਾਨੂੰ ਉਹ ਲੋਡ ਕਰਦੇ ਨੇ। ਸੋ ਦੈਟਸ ਦੀ ਆਫਿਸਰ ਸਾਈਡ। ਤੁਸੀਂ ਦੂਜਾ ਜਿਹੜਾ ਹੈਗਾ ਨੋਨ ਕਮਿਸ਼ਨ ਸਾਈਡ, ਕਿ ਤੁਸੀਂ ਜਦੋਂ ਆਰਮੀ ਜੁਆਇਨ ਕਰ ਲਈ ਐਜ਼ ਅ ਪ੍ਰਾਈਵੇਟ, ਦੈਨ ਯੂ ਮੇਕ ਲਾਂਸ ਕੋਪਰਲ ਜਾਂ ਕੋਪਰਲ ਰੈਂਕ 'ਤੇ ਜਾ ਕੇ ਤੁਸੀਂ ਉਹ ਸਾਰੇ ਜਿਹੜੀ ਸਿਲੈਕਸ਼ਨ ਪ੍ਰੋਸੈਸ ਕਰ ਸਕਦੇ ਹੋ, ਕੰਸੀਡਰਿੰਗ ਤੁਸੀਂ ਤੁਹਾਡਾ ਮੈਡੀਕਲੀ ਫਿੱਟ ਹੋ, ਤੁਸੀਂ ਮੈਡੀਕਲੀ ਕੁਆਲੀਫਾਈਡ ਕਰਦੇ ਹੋ। ਦੈਟਸ ਦ ਬਿਗੇਸਟ ਕ੍ਰਾਈਟੀਰੀਆ। ਜੋ ਵੀ ਉਹਨਾਂ ਦੇ ਹਾਂਜੀ, ਜੋ ਵੀ ਰਿਕੁਆਇਰਮੈਂਟ ਹੈਗੇ ਨੇ, ਉਹ ਜੋ ਤੁਸੀਂ ਜਿੱਦਾਂ ਹੀ ਤੁਸੀਂ ਉਹ ਕਲੀਅਰ ਕਰਦੇ ਹੋ, ਫਿਰ ਤੁਹਾਨੂੰ 2 ਸਾਲ ਦਾ ਕੋਰਸ ਹੁੰਦਾ, ਵੱਖਰੇ ਵੱਖਰੇ ਪਾਰਟਸ ਦੇ ਵਿੱਚ ਤੁਸੀਂ ਕਰਦੇ ਹੋ, ਹਰ ਤਰ੍ਹਾਂ ਵੱਖਰੀ। ਉਹ ਕੋਰਸ ਕੁਆਲੀਫਾਈਡ ਕਰਨ ਤੋਂ ਬਾਅਦ ਫਿਰ ਤੁਹਾਨੂੰ ਤੁਹਾਡੇ ਜਿਹੜੇ ਵਿੰਗਸ ਮਿਲ ਜਾਂਦੇ ਨੇ। ਵਿੰਗਸ ਮਿਲਣ ਤੋਂ ਬਾਅਦ ਫਿਰ ਤੁਹਾਨੂੰ ਜਿਹੜੇ ਬੇਸਿਕਲੀ ਜਿਹੜੇ ਹੈਲੀਕਾਪਟਰ ਟਾਈਪ ਨੂੰ ਪੁੱਛਿਆ ਜਾਂਦਾ ਵੀ ਕਿ ਤੁਸੀਂ ਕਿਹੜਾ ਟਾਈਪ ਸਿਲੈਕਟ ਕਰਨਾ ਚਾਹੁੰਦੇ ਹੋ, ਤੁਸੀਂ ਲਿੰਕਸ 'ਤੇ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਅਪਾਚੀ ਹੈਲੀਕਾਪਟਰ ਫਲਾਈ ਕਰਨਾ ਚਾਹੁੰਦੇ ਹੋ। ਫਿਰ ਉਸ 에ਅਰਕ੍ਰਾਫਟ ਦੇ ਹਿਸਾਬ ਦੇ ਨਾਲ ਹੀ ਤੁਹਾਨੂੰ ਫਿਰ ਉਹ ਸਟਰੀਮਲਾਈਨ ਕਰਦੇ ਨੇ। ਫਿਰ ਤੁਸੀਂ ਉਹ ਜਾ ਕੇ ਉਸ ਹਿਸਾਬ ਨਾਲ ਕਨਵਰਜਨ ਟੂ ਰੋਲ ਜਾਂ ਕਨਵਰਜਨ ਟੂ ਟਾਈਪ ਕਰਦੇ ਹੋ, ਇਹਨੂੰ CTT ਆਪਾਂ ਜਾਂ CTR ਕਹਿ ਦਿੰਦੇ ਹਾਂ। ਉਹ ਵੀ ਫਿਰ ਇੱਕ ਲੰਬੀ ਟ੍ਰੇਨਿੰਗ ਹੈਗੀ ਹੈ। ਬਟ ਅਗੇਨ the good side of it ki you do not have to pay any sort of penny from your pocket to be a qualified pilot in the army. Really? ਹਾਂਜੀ, everything is paid for. ਯਾਰ ਮੈਂ ਤੁਹਾਨੂੰ ਇਹੀ ਗੱਲ ਦੱਸਦਾ ਹੈ, ਓਨੈਸਟਲੀ ਦਿਸ ਇਜ਼ ਮੇਰੇ ਹੁਣ ਦਿਮਾਗ 'ਚ ਗੱਲ ਆ ਰਹੀ ਹੈ। ਜਦੋਂ ਅਸੀਂ ਛੋਟੇ 'ਚ ਨਾ ਬੜਾ ਬੰਦਾ ਡ੍ਰੀਮ ਹੁੰਦੀ ਹੈ, ਮੈਂ ਕਰਨਾ, ਮੈਂ ਇਹ ਕਰਨਾ, ਮੈਂ ਉਹ ਕਰਨਾ।
ਮੈਂ ਨਾ ਆਈ ਗੋ ਟੂ PPL ਹਾਂਜੀ ਤੇ ਮੈਂ Okay. ਅੱਗੇ ਨਹੀਂ ਮੈਂ ਅੱਗੇ ਨਹੀਂ ਕੀਤਾ ਕਿਉਂਕਿ ਬਹੁਤ ਮਹਿੰਗਾ ਸੀਗਾ ਹੈ ਇਹ ਚੀਜ਼ਾਂ ਦਾ ਨਹੀਂ ਪਤਾ ਸੀਗਾ ਬਿਲਕੁਲ ਹੁਣ ਜਿਹੜੇ ਤੁਸੀਂ ਘਰ ਬੈਠੇ ਹੋ ਓਨੈਸਟਲੀ ਤੁਸੀਂ ਦੇਖੋ 70-80,000 100,000 ਪਾਉਂਡ ਤੱਕ ਖਰਚਾ ਹੋ ਜਾਂਦਾ ਕਮਰਸ਼ੀਅਲ ਲਾਇਸੈਂਸ ਲੈਣ ਦਾ ਹਾਂਜੀ ਘੱਟ ਤੋਂ ਘੱਟ ਬਿਲਕੁਲ ਉਹ ਵੀ ਛੋਟੇ ਏਅਰਕ੍ਰਾਫਟ ਦਾ ਹੀ ਹੈ ਹਾਂਜੀ। ਜਦੋਂ ਤੁਸੀਂ ਵੱਡੇ ਕਮਰਸ਼ੀਅਲ ਏਅਰ ਚਲੇ ਉਹਨਾਂ ਦਾ ਤਾਂ ਫਿਰ ਜ਼ਿਆਦਾ ਖਰਚਾ ਹੁੰਦਾ ਹੈ, ਉਹਦੇ ਅਵਰਸ ਕੰਪਲੀਟ ਕਰਨੇ ਪੈਂਦੇ ਨੇ ਤੇ ਬੜੇ ਲੋਕ ਸੀਗੇ ਮੇਰੇ ਸਾਈਡ ਦੇ ਉੱਪਰ ਜਿਨ੍ਹਾਂ ਨੇ ਲੋਕਾਂ ਨੇ PPL ਲੈ ਕੇ ਛੱਡਤਾ ਕਿਉਂਕਿ weekend ਤੇ continue ਲੈ ਨਹੀਂ ਕੇ, ਕਰ ਹਾਂ, ਸਕੇ ਕਿਉਂਕਿ financially। ਐਕਸਪੈਂਸ ਪਿੱਛੇ ਹਾਂਜੀ ਸੋ ਇਹੀ ਚੀਜ਼ ਦੈਟ ਹੈ ਇਜ਼ ਫੈਂਟੈਸਟਿਕ ਯਾਰ ਤੁਸੀਂ ਦੇਖੋ ਕਿੰਨੀ ਫੈਸਿਲਿਟੀ ਆਰਮੀ ਦੇ ਨਾਲ ਤੁਸੀਂ ਜੋ ਐਕਸਪੀਰੀਅੰਸ ਗੇਨ ਕਰਦੇ ਹੋ ਐਜ਼ ਅ ਪਾਇਲਟ ਹੈ ਨਾ ਹੁਣ ਸਾਡੇ ਕਈ ਵਾਰ ਜਿਹੜੇ ਸਾਡੇ ਪਾਇਲਟ ਰਿਟਾਇਰ ਹੁੰਦੇ ਨੇ ਕਈ ਵਾਰ ਮੈਂ ਉਹਨਾਂ ਨਾਲ ਗੱਲਬਾਤ ਬੈਠੇ ਹੋਏ ਗੱਲਬਾਤ ਚੱਲਦੀ ਹੈ ਕਹਿੰਦੇ ਕਿ ਹਲੇ ਉਹਨਾਂ ਕੋਲ ਟਾਈਮ ਪਿਆ ਹੁੰਦਾ ਬਟ ਕਹਿੰਦੇ ਕਿ ਆਈ ਐਮ ਲਿਵਿੰਗ ਦੀ ਆਰਮੀ ਮੈਂ ਕਿਉਂ ਐਜ਼ ਅ ਪਾਇਲਟ ਕਹਿੰਦਾ ਮੈਨੂੰ ਸਿਵਲ ਸਟਰੀ ਦੇ ਵਿੱਚ ਹੋਰ ਵੀ ਬੈਟਰ ਜੌਬ ਮਿਲ ਗਈ ਹੈ ਬਿਕੋਜ਼ ਇਟਸ ਆਲ ਬਿਕੋਜ਼ ਆਫ ਦੈਟ ਐਕਸਪੀਰੀਅੰਸ ਬੀਨ ਬਿਲਟ ਵਿਦਿਨ ਦੀ ਯਾਰ ਆਰਮੀ ਇੱਕ ਆਰਮੀ ਦੇ ਨਾਲ ਟ੍ਰੇਨ ਹੋਇਆ ਬੰਦਾ ਐਨੀਬੋਡੀ ਵਿਲ ਟੇਕ ਦੈਮ ਬਿਲਕੁਲ ਐਨੀਬੋਡੀ ਵਿਲ ਟੇਕ ਭਾਜੀ ਯੂ ਬੀਨ ਟੂ ਬੈਟਲਫੀਲਡ ਤੁਸੀਂ ਕਿਸੇ ਵੀ ਕਨਫਲਿਕਟ 'ਚ ਤੁਸੀਂ ਫਲਾਈ ਕੀਤਾ ਹੋਏ ਯੂ ਹੈਵ ਬੀਨ ਇਨ ਅ ਸੱਚ ਅ ਕੰਪਲੈਕਸ ਸਿਚੁਏਸ਼ਨ ਯੂ ਨੋ ਇਹ ਜਿਹੜੀ ਚੀਜ਼ਾਂ ਨੇ ਤੁਸੀਂ ਬਾਹਰ ਤੁਸੀਂ ਸਿਵਿਲੀਅਨ ਸਟਰੀਟਸ ਨਹੀਂ ਉਹ ਚੀਜ਼ ਸਿੱਖ ਸਕਦੇ ਉਹ ਐਕਸਪੀਰੀਅੰਸ ਤੁਹਾਨੂੰ ਆਰਮੀ ਦੇ ਵਿੱਚ ਰਹਿ ਕੇ ਹੀ ਆਉਂਦਾ ਤਾਂ ਹੀ ਕਰਕੇ ਜਦ ਤੁਸੀਂ ਈਵਨ ਕਿ ਜਦ ਵੀ ਆਰਮੀ ਛੱਡਦੇ ਹੋ that's why most organization prefer to take a veteran ਜਾਂ ex-armed forces because they understand ਕਿ ਤੁਹਾਡੀ mental resilience ਕਿੰਨੀ ਹੈ ਤੁਹਾਡਾ ਐਕਸਪੀਰੀਅੰਸ ਉਹਨਾਂ ਉਸ ਕੰਪਨੀ ਵਾਸਤੇ ਆਰਗੇਨਾਈਜੇਸ਼ਨ ਵਾਸਤੇ ਕਿੰਨਾ ਮੈਟਰ ਕਰਦਾ ਸੋ ਤੁਹਾਡੀ ਕ੍ਰੈਡੀਬਿਲਿਟੀ ਉਸ ਹਿਸਾਬ ਨਾਲ ਵੱਧਦੀ ਹੈ ਦੈਨ ਯੂ ਗੈਟ ਬੈਟਰ ਸੋਰਟ ਆਫ ਆਪਸ਼ਨਸ ਵੈਨ ਯੂ ਲੀਵ ਦੀ ਆਰਮੀ ਵੈਨ ਯੂ ਗੋ ਇਨਟੂ ਦ ਸਿਵਿਲੀਅਨ ਯਾਰ ਅੱਜ ਕੱਲ੍ਹ ਬੱਚੇ ਨੇ ਸਮਾਰਟ ਨੇ ਨਾ 15-16 ਸਾਲ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਅਸੀਂ ਕੀ ਕਰਨਾ ਹੈਗਾ ਹੈ। ਹਾਂਜੀ ਪਰ ਇਸ ਕੰਟਰੀ ਦੇ ਵਿੱਚ ਨਾ ਬਹੁਤ ਮੈਨੂੰ ਸਮਝ ਨਹੀਂ ਪੈਂਦੀ ਕਿਸੇ ਦਾ ਉਧਰ ਦਿਮਾਗ ਨਹੀਂ ਜਾ ਰਿਹਾ ਕਿ ਮੈਂ ਬ੍ਰਿਟਿਸ਼ ਫੋਰਸ ਕਿਤੇ ਵੀ ਫੋਰਸ ਦੇ ਨਾਲ ਤੁਸੀਂ ਕੰਮ ਕਰੋ ਆਰਮੀ ਹੋਵੇ ਨੇਵੀ ਹੋਵੇ ਪੁਲਿਸ ਹੋਵੇ ਵਾਟਐਵਰ ਯੂ ਵਾਂਟ ਟੂ ਡੂ ਫੈਸਿਲਿਟੀ ਵਗੈਰਾ ਰਿਸਪੈਕਟ ਵਗੈਰਾ ਅਨਕਾਊਂਟਡ ਹੈਗੀ ਉਹਦਾ ਕੋਈ ਸਕਾਈਜ਼ ਦਾ ਲਿਮਿਟ ਯਾਰ ਉਹਦੇ ਨਾਲ ਬਿਲਕੁਲ ਭਾਈ ਉਹ ਤਾਂ ਕਹਿ ਰਹੇ ਕਿ ਤੁਸੀਂ ਜ਼ਰੂਰੀ ਨਹੀਂ ਕਿ ਤੁਸੀਂ ਇੱਕ ਨੋਰਮਲ ਸੋਲਜਰ ਹੀ ਬਣਨਾ ਹੈ ਤੁਸੀਂ ਜਿੱਦਾਂ ਪਾਇਲਟ ਦੀ ਗੱਲ ਕੀਤੀ ਹੈ ਨਾ ਤੁਸੀਂ ਯੂ ਕੈਨ ਬੀ ਅ ਡਾਕਟਰ ਇਨ ਦੀ ਆਰਮੀ ਫਾਰਮਾਸਿਸਟ ਬਣ ਸਕਦੇ ਫਾਰਮਾਸਿਸਟ ਬਣ ਸਕਦੇ ਹੋ ਤੁਸੀਂ ਇਵਨ ਲਾਇਰ ਬਣ ਸਕਦੇ ਹੋ ਤੁਸੀਂ ਡੈਂਟਿਸਟ ਬਣ ਸਕਦੇ ਹੋ ਬਾਇਓਮੈਡੀਕਲ ਸਾਇੰਟਿਸਟ ਬਣ ਸਕਦੇ ਹੋ ਤੁਸੀਂ ਨਰਸ ਬਣ ਸਕਦੇ ਹੋ ਜਿਸ ਪਰ ਨਰਸਿੰਗ ਦੀ ਗੱਲ ਕਰੀਏ ਹੁਣ ਤੁਸੀਂ ਇੱਕ ਆਰਮੀ ਜੁਆਇਨ ਕਰਦੇ ਹੋ ਨਰਸਿੰਗ ਕੋਰ ਜੁਆਇਨ ਕਰਦੇ ਹੋ ਆਰਮੀ ਵਿਲ ਪੇ ਯੂ ਔਰ ਪੇ ਫॉर ਯੂਰ ਐਜੂਕੇਸ਼ਨ ਦੇ ਵਿਲ ਸੈਂਡ ਯੂ ਟੂ ਬਰਮਿੰਘਮ ਯੂਨੀਵਰਸਿਟੀ ਉੱਥੇ ਤੁਹਾਡੀ ਉਹ ਤੁਸੀਂ ਪ੍ਰੋਪਰ ਬੈਚਲਰਸ ਐਜੂਕੇਸ਼ਨ ਕਰਦੇ ਹੋ ਨਰਸਿੰਗ ਵਾਸਤੇ ਤੁਹਾਨੂੰ ਉੱਥੇ ਤੁਹਾਨੂੰ ਪੜ੍ਹਨ ਦੇ ਪੈਸੇ ਮਿਲ ਰਹੇ ਨੇ ਪੇ ਮਿਲ ਰਹੀ ਹੈ ਤੁਹਾਡੀ ਫੀਸ ਪੇ ਕੀਤੀ ਜਾ ਰਹੀ ਹੈ ਪਲੱਸ ਤੁਸੀਂ ਉੱਥੇ ਸਟੂਡੈਂਟ ਅਕੋਮੋਡੇਸ਼ਨ ਦੇ ਵਿੱਚ ਉਹ ਵੀ ਸਭ ਕੁਝ ਪੇਡ ਹੈਗਾ ਔਰ ਜਦ ਤੁਸੀਂ ਆਪਣਾ ਤੁਹਾਡਾ ਜੋ ਵੀ ਕੋਰਸ ਖਤਮ ਹੁੰਦਾ ਦੈਨ ਯੂ ਬਿਕਮ ਐਜ਼ ਅ ਕੁਆਲੀਫਾਈਡ ਨਰਸ ਤੁਸੀਂ ਫਿਰ ਆਪਣਾ NHS ਦੇ ਨਾਲ ਵੀ ਕੰਮ ਕਰ ਸਕਦੇ ਹੋ ਤੁਸੀਂ ਆਰਮੀ ਦੇ ਨਾਲ ਵੀ ਕੰਮ ਕਰ ਸਕਦੇ ਹੋ ਸੋ ਯੂ ਨੋ ਇਟ ਜਸਟ ਬ੍ਰਿੰਗਸ ਓਪਨ ਅਪ ਦੈਟ ਸੋਰਟ ਆਫ ਹੋਲ ਓਪਰਚੁਨਿਟੀਜ਼ ਵਿਦਿਨ ਦੀ ਆਰਮੀ ਐਂਡ ਆਊਟਸਾਈਡ ਮੈਂ ਤੇ ਬਹੁਤ ਜ਼ੋਰ ਲਾਇਆ ਹਰ ਦਫਾ ਆਰਮੀ ਆਫਿਸਰ ਨੂੰ ਲੈ ਕੇ ਆਉਣਾ ਤਰ੍ਹਾਂ ਦੇ ਆਲ ਦੇ ਫੋਰਸਿਸ ਵਿੱਚੋਂ ਲੈ ਕੇ ਆਉਣਾ ਕੋਸ਼ਿਸ਼ ਕਰਦਾ ਕਿ ਕੁਛ ਨਾ ਕਿਸੇ ਦੀ ਜ਼ਿੰਦਗੀ ਬਣ ਜਾਏ ਬਿਕੋਜ਼ ਮੈਨੂੰ ਹੋਏਗਾ ਕਿ ਮੈਂ ਜੋ ਕੰਮ ਕਰਦਾ ਮੇਰਾ ਵਰਥਵਾਈਲ ਹੋ ਗਿਆ ਯਾਰ ਹਾਂਜੀ ਮੈਂ ਸਿਰੇ ਮੇਰੀ ਗੱਲ ਪਹੁੰਚੀ ਕਿ ਮੇਰੀ ਗੱਲ ਕੀਤੀ ਕਿਸੇ ਨੇ ਬੰਦਿਆਂ ਦਾ ਕਾਮਯਾਬ ਹੋਇਆ ਹੁਣ ਮੈਂ ਤੁਹਾਨੂੰ ਖੁੱਲਾ ਟਾਈਮ ਦੇਵਾਂਗਾ ਮੈਂ ਲੁੱਕ ਐਟ ਦੈਟ ਕੈਮਰਾ ਹਾਂਜੀ ਤੁਸੀਂ ਕਿਸ ਤਰ੍ਹਾਂ ਲੋਕਾਂ ਨੂੰ ਕਨਵਿੰਸ ਕਰ ਸਕਦੇ ਹੋ ਕਿ ਹਾਊ ਗੁੱਡ ਇਜ਼ ਇਟ ਟੂ ਵਰਕ ਫॉर ਦ ਆਰਮੀ RAF ਹੋਵੇ ਨੇਵੀ ਹੋਵੇ ਜਾਂ ਆਰਮੀ ਹੋਵੇ ਕੁਝ ਵੀ ਹੋਵੇ ਕਿਸ ਤਰ੍ਹਾਂ ਹਾਂਜੀ ਹੈਵ ਅ ਲੁੱਕ ਐਟ ਦ ਕੈਮਰਾ ਟੇਕ ਯੂਰ ਟਾਈਮ ਦਿਸ ਮੈਂ ਜਿੰਨੇ ਵੀ ਮੇਰੇ ਵਿਊਅਰਸ ਬੈਠੇ ਨੇ ਜਿਹੜੇ ਪੇਰੈਂਟਸ ਸੁਣ ਰਹੇ ਨੇ ਜਾਂ ਜਿਨ੍ਹਾਂ ਦੇ ਅੱਗੇ ਯੂ نو ਜੋ ਲੱਗਦਾ ਹੈ ਕਿ ਸ਼ਾਇਦ ਕਿ ਅਸੀਂ ਕਿਸ ਤਰ੍ਹਾਂ ਇੰਸਪਾਇਰ ਕਰ ਸਕੀਏ ਮੈਂ ਤਾਂ ਇਹੀ ਗੱਲ ਕਹਾਂਗਾ ਕਿ ਯੂ ਨੀਡ ਟੂ ਹੈਵ ਅ ਪਰਪਸ ਇਨ ਯੂਰ ਲਾਈਫ ਰਾਈਟ ਐਂਡ ਯੂ ਨੀਡ ਟੂ ਹੈਵ ਅ ਇੰਟਰਸਟ ਐਂਡ ਅ ਪੈਸ਼ਨ because without purpose you will be going left and right ਤੁਹਾਨੂੰ ਪਤਾ ਨਹੀਂ ਹੋਣਾ ਵੀ ਤੁਸੀਂ ਕਰਨਾ ਕੀ ਹੈ but when you find a purpose in your life you put every single effort towards that passion or towards that purpose and you make it successful. Look at your history, find that purpose, find where your north is, where where you can align yourself. And I would definitely say my purpose was to join the armed forces, have the passion for the uniform, and it's been 19 years. I do not regret every single day. I look forward every day to the different opportunities within the army so I can develop myself personally and professionally. So please, I'm not saying be like me, but at least try, challenge yourself, and you never know.
ਦਿਸ ਇਜ਼ ਫॉर ਬੋਥ ਲੜਕਿਆਂ ਲਈ ਔਰ ਲੜਕੀਆਂ ਲਈ ਵੀ। ਬਾਕੀ ਜਿਹੜਾ ਰਿਸਪੈਕਟ ਵਾਈਜ਼ ਤੇ ਉਹਨਾਂ ਦੀ ਫੈਸਿਲਿਟੀ ਵਗੈਰਾ ਔਰਤਾਂ ਨੂੰ ਪ੍ਰੋਪਰ ਦਿੱਤੀ ਜਾਂਦੀ ਆਰਮੀ ਦੇ ਵਿੱਚ। ਐਬਸੋਲੂਟਲੀ ਭਾਜੀ, ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ ਹੈ, ਕੋਈ ਇਹ 'ਚ ਡਿਫਰੈਂਸ਼ੀਏਟ ਨਹੀਂ ਹੁੰਦਾ ਹੈ ਤੁਸੀਂ ਮੇਲ ਸੋਲਜਰ ਜਾਂ ਫੀਮੇਲ ਸੋਲਜਰ, Female soldier. ਓਪਰਚੁਨਿਟੀਜ਼ ਆਰ ਐਗਜ਼ੈਕਟਲੀ ਦ ਸੇਮ। ਬਟ ਜਿੱਦਾਂ ਮੈਂ ਉਹੀ ਗੱਲ ਕਹਿਣਾ ਕਿ ਸਪੈਸ਼ਲੀ ਜੇ ਹੁਣ ਆਪਣੀ ਜਿਹੜੇ ਫੀਮੇਲਸ ਹੈਗੀਆਂ ਨੇ, ਵੀ ਨੀਡ ਮੋਰ ਫੀਮੇਲਸ। Army is working towards 33% more, having 33 more ratios for the females, and this is brilliant. There are brilliant opportunities for our girls to be in the army. You can be physiotherapist, you can be dentist, you can be nurse, you can be HR specialist. You know, whole lot of opportunity. You can be teacher as well. ਪਰ ਯਾਰ ਇੱਕ ਮੇਰੇ ਨਾ, ਸੌਰੀ ਮੈਂ ਨਹੀਂ ਕਹਿੰਦਾ ਕਿ ਖਰਾਬ ਕੰਮ ਹੈ, ਜਸਟ ਇਟਸ ਵੇ ਆਫ ਯੂ ਸੇਇੰਗ ਇਟ ਕਿ ਬੰਦਾ ਗਲਤ ਲੈ ਜਾਂਦੇ ਨੇ। ਸਾਡੇ ਬੱਚੇ ਬੜੇ ਪੜ੍ਹੇ ਲਿਖੇ ਨੇ, ਫਾਰਮਾਸਿਸਟ ਹੈਗੇ ਨੇ, ਡਾਕਟਰ ਹੈਗੇ ਨੇ, ਕੋਈ ਸੁਪਰ ਮਾਰਕੀਟ 'ਚ ਫਾਰਮਾਸਿਸਟ ਲੱਗਿਆ ਹੋਇਆ, ਕੋਈ ਕਿਸੇ ਦੁਕਾਨ 'ਤੇ ਲੱਗਿਆ ਹੋਇਆ, ਕੋਈ ਡਾਕਟਰੀ ਕਿਸੇ ਹੋਰ ਡਾਕਟਰ ਸਰਜਰੀ 'ਚ ਬੈਠਦਾ ਹੈਗਾ। ਉਹ ਸੇਮ ਪ੍ਰੋਫੈਸ਼ਨ ਆਰਮੀ ਨਾਲ ਕਿਉਂ ਨਹੀਂ ਕਰਦੇ? ਲੋਕਾਂ ਦੇ ਬੈਨੀਫਿਟ, ਉਹਦੇ ਅਟੈਚਮੈਂਟ ਦੇਖੋ ਕੀ ਉਹਦੇ ਨਾਲ। And I think the only way I can say ਭਾਜੀ through your show I can say ਜੇ ਇੱਦਾਂ ਦੀ ਕੋਈ, ਜਿੱਦਾਂ ਤੁਸੀਂ ਪਰਫੈਕਟ ਓਪਰਚੁਨਿਟੀ ਐਗਜ਼ਾਮਪਲ ਦਿੱਤਾ ਹੈ ਕਿ ਜਿਹੜੇ ਲੋਕੀ ਕੁਆਲੀਫਾਈਡ ਨੇ ਬਟ ਉਹ ਕੰਮ ਕਰ ਰਹੇ ਨੇ, I think they can approach us or the army through your show ਕਿ ਯਾਰ ਕਿ we have this scheme called Look at Life। ਮੈਂ ਤਾਂ ਇੰਨਾ ਵੀ ਤੁਹਾਨੂੰ ਆਫਰ ਕਰਦਾ, ਪਲੀਜ਼ ਸਾਨੂੰ ਕਾਲ ਕਰੋ, ਕਾਲ ਚੈਨਲ ਨੂੰ ਕਾਲ ਕਰੋ, ਬਿਕੋਜ਼ ਸਾਡੀ ਇਹਨਾਂ ਦੇ ਨਾਲ ਕਨੈਕਸ਼ਨ ਹੈਗੀ। ਵੀ ਵਿਲ ਪੁੱਟ ਯੂ ਟੂ ਦ ਰਾਈਟ ਪਰਸਨ ਤਾਂ ਕਿ ਤੁਹਾਡਾ ਟਾਈਮ ਵੇਸਟ ਨਾ ਹੋਵੇ, ਔਰ ਇਹ ਬੰਦੇ ਤੁਹਾਨੂੰ ਗਾਈਡ ਕਰਨਗੇ ਟੂ ਮੇਕ ਸ਼ੋਰ ਕਿ ਯੂ ਆਰ ਕੰਫਰਟੇਬਲ, ਤੁਹਾਨੂੰ ਅੱਛੀ ਤਰ੍ਹਾਂ ਗਾਈਡ ਕਰਕੇ ਜਿੱਥੇ ਤੁਸੀਂ ਜਾਣਾ ਉੱਥੇ ਪਹੁੰਚਾਉਣਗੇ। ਯਾਰ ਇੱਦੋਂ ਵੱਡਾ ਹੁਣ ਬੰਦਾ ਕੀ ਕਰ ਸਕਦਾ? ਲੁੱਕ ਐਟ ਲਾਈਫ ਇਜ਼ ਦ ਬੈਸਟ ਵੇ ਭਾਜੀ। ਤੁਸੀਂ ਜਾ ਕੇ ਤੁਸੀਂ ਉੱਥੇ ਜਾਂਦੇ, ਤੁਹਾਨੂੰ ਪ੍ਰੈਜੈਂਟੇਸ਼ਨ ਦਿੱਤੀ ਜਾਂਦੀ ਹੈ, ਤੁਸੀਂ ਉਹ ਜਾ ਕੇ ਤੁਸੀਂ ਪ੍ਰੈਕਟਿਸ ਦੇਖਦੇ ਹੋ, ਜਾਂ ਜੇ ਤੁਸੀਂ ਵੀ ਦੇਖਦੇ ਹੋ ਕਿ ਤੁਸੀਂ ਓਪਨ ਡੇ ਕਰਦੇ ਹੋ ਨਾ। ਹਾਂਜੀ, ਕੈਨ ਬੀ ਉਹਨੂੰ ਲੁੱਕ ਐਟ ਲਾਈਫ ਟਾਈਪ ਕਿਹਾ ਜਾਂਦਾ। ਹਾਂਜੀ, ਲੁੱਕ ਐਟ ਲਾਈਫ ਕਿ ਤੁਸੀਂ ਇੱਕ ਦਿਨ ਵਾਸਤੇ ਜਾਂ 2 ਦਿਨ ਵਾਸਤੇ ਉੱਥੇ ਜਾਓ, ਤੁਸੀਂ ਡਿਫਰੈਂਟ ਏਜ ਗਰੁੱਪ, ਡਿਫਰੈਂਟ ਐਕਸਪੀਰੀਅੰਸ, ਡਿਫਰੈਂਟ ਜੋਬ ਰੋਲਸ ਵਾਲਿਆਂ ਨੂੰ ਮਿਲੋ, ਉਹਨਾਂ ਨੂੰ ਐਕਸਪੀਰੀਅੰਸ ਪੁੱਛੋ, ਐਂਡ ਆਈ ਥਿੰਕ ਯੂ ਕੈਨ ਮੇਕ ਅਪ your mind from there. You can see the good perks or the good side of it, of the army and the opportunities within that. ਜੋ ਵੀ ਪ੍ਰੋਫੈਸ਼ਨ ਹੁੰਦਾ, ਜਦੋਂ ਵੀ ਇਹਨਾਂ ਦੇ ਕੋਈ ਓਪਨ ਡੇ ਹੁੰਦਾ, ਸਾਨੂੰ ਪਤਾ ਲੱਗ ਜਾਂਦਾ। ਮੈਂ ਮੋਰ ਦੈਨ ਹੈਪੀ ਤੁਹਾਨੂੰ ਗਾਈਡ ਕਰਾਂਗੇ, ਦੱਸਾਂਗੇ ਕਿ ਕਿਤੇ ਥੋੜ੍ਹਾ ਬਹੁਤਾ ਟਰੈਵਲਿੰਗ ਕਰਨਾ ਪੈਂਦਾ, ਡੇ ਸਪੈਂਡ ਕਰੋ। ਇੰਸ਼ੋਰੈਂਸ ਮੈਂ ਇੱਥੇ ਬੈਠ ਕੇ ਤੁਹਾਨੂੰ ਗੱਲ ਕਰਦਾ ਪਿਆ, ਤੁਸੀਂ ਆਪ ਜਾ ਕੇ ਦੇਖ ਕੇ ਆਓ ਕਿ ਕੀ ਹੁੰਦਾ ਪਿਆ। ਹਾਂਜੀ ਯਾਰ ਹੁਣ ਜਦੋਂ ਬੰਦਾ ਨਹੀਂ ਕੋਸ਼ਿਸ਼ ਹੈਗੀ ਆ। ਪਹਿਲਾਂ ਤਾਂ ਮੈਂ ਸ਼ੁਕਰ ਕਰਦਾ, ਉਹਨੇ ਕਹਿੰਦਾ ਸਾਡੇ ਟਾਈਮ ਤੇ ਚੈਨਲ ਨਹੀਂ ਸੀਗੇ, ਅਕਾਲ ਚੈਨਲ ਹੈਗਾ, ਤੁਹਾਡਾ ਆਪਣਾ ਚੈਨਲ ਦਾ ਫਾਇਦਾ ਉਠਾਓ। ਦੇਖੋ ਮੈਂ ਹਰ ਤਰ੍ਹਾਂ ਦੇ ਗੈਸਟ ਲੈ ਕੇ ਆਉਂਦਾ ਪਿਆ, ਹਰ ਮੇਰਾ ਗੈਸਟ ਇੰਸਪਾਇਰਿੰਗ ਹੁੰਦਾ, ਅਚੀਵ ਕਰਦੇ ਨੇ ਕੁਝ, ਉਹ ਡਿਜ਼ਰਵ ਕਰਦੇ ਨੇ ਕਿ ਮੈਂ ਉਹਨਾਂ ਨੂੰ ਪਲੇਟਫਾਰਮ ਦੇ ਕੇ ਇੱਥੇ ਬੁਲਾਉਣਾ ਐਜ਼ ਅ ਰੋਲ ਮਾਡਲ, ਤਾਂ ਕਿ ਤੁਸੀਂ ਉਹਨਾਂ ਨੂੰ ਫੋਲੋ ਕਰੋ। ਮੇਰੇ ਵੱਲੋਂ ਤੇ ਮੇਰਾ ਪੂਰਾ ਕੰਮ ਲੱਗਿਆ ਹੋਇਆ, ਪਤਾ ਨਹੀਂ ਕਿੱਥੇ ਤੱਕ ਪਹੁੰਚੇਗਾ। ਨਹੀਂ ਭਾਜੀ, ਬਿਲਕੁਲ ਆਈ ਥਿੰਕ you have to play your part, ਹੈ ਨਾ। ਠੀਕ ਹੈ, ਚਲੋ ਕਈ ਵਾਰ ਹੁੰਦਾ ਇੰਟਰਸਟ ਨਹੀਂ ਆਉਂਦਾ, ਜਾਂ ਠੀਕ ਇੱਕ ਦੋ ਆ ਗਿਆ, ਲੇਕਿਨ ਜੇ ਤੁਸੀਂ ਨਹੀਂ ਕਰੋਗੇ ਫਿਰ ਕੌਣ ਕਰੇਗਾ? someone has to be as a guided ਇਹ ਪਤਾ ਕੀ ਹੈ, ਇਹ ਮੈਂ ਤੁਹਾਨੂੰ ਕੋਲ ਫਿਰ ਮੈਂ ਆਪਣੀ ਫਿਰ ਤਾਰੀਫ ਨਹੀਂ, ਇਹ ਰੱਬ ਵੱਲੋਂ ਨਾ ਬਖਸ਼ਿਸ਼ ਹੁੰਦੀ ਹੈ। ਸੇਵਾ ਹਰ ਕਿਸੇ ਨੂੰ ਨਹੀਂ ਮਿਲਦੀ ਹੈਗੀ। ਹਾਂਜੀ, ਹਰ ਕਿਸੇ ਨੂੰ ਨਹੀਂ, ਓਨੈਸਟਲੀ ਕਹਿੰਦਾ, ਹਰ ਕਿਸੇ ਨੂੰ ਨਹੀਂ ਮਿਲਦੀ। ਮੈਂ ਇੰਨਾ ਖੁਸ਼ ਹਾਂ ਕਿ ਰੱਬ ਨੇ ਮੈਨੂੰ ਆਦਤ ਦਿੱਤੀ ਹੈ। ਈਗੋ, ਜੈਲਸੀ ਮੇਰੇ 'ਚ ਨਹੀਂ ਹੈ ਭਾਜੀ, ਬਿਲਕੁਲ ਵੀ। ਮੈਂ ਕਿਸੇ ਨੂੰ ਦੇਖਦਾ ਨਾ, ਕੋਈ ਅੱਛੇ ਕੱਪੜੇ ਪਾਏ, ਤੁਸੀਂ ਯੂਨੀਫਾਰਮ, ਮੈਂ ਤੁਹਾਨੂੰ ਗੱਲ ਕਰਾਂਗਾ, ਤੁਸੀਂ ਅੱਛੀ ਕਾਰ ਚਲਾਉਂਦੇ, ਮੈਂ ਤੁਹਾਨੂੰ ਕੰਪਲੀਮੈਂਟ ਦੇਵਾਂਗਾ। ਉਹਨੇ ਕੁਛ ਕੀਤਾ, ਉਹਨੇ ਚੋਰੀ ਕੀਤੀ ਹੈ, ਉਹਨੇ ਹਾਰਡ ਵਰਕ ਕੀਤਾ, ਉਹਦੀ ਗੁੱਡ ਲੱਕ ਹੈ, ਪਰ ਉਹਦੇ ਪੋਜੈਸ਼ਨ ਤਾਂ ਹੈ ਨਾ ਉਹਦੇ ਪਾਸ। ਬਿਲਕੁਲ ਹਾਂਜੀ। ਅੱਛੇ ਕੀਤੇ ਤੇ ਉਹਦੇ ਨਾਲ ਰਹੇਗੀ, ਜੇ ਪਹਿਲੇ ਕੰਮਾਂ ਨਾਲ ਕੀਤੀ ਹੈ ਉਹ ਸ਼ਾਰਟ ਟਰਮ ਹੁੰਦੀ ਹੈ ਇੰਜੋਇਮੈਂਟ। ਬਟ ਚਲੋ ਕੋਈ ਬੰਦਾ ਕੋਸ਼ਿਸ਼ ਕਰਦਾ ਹੈ ਕਿ ਸਹੀ ਤਰੀਕੇ ਨਾਲ ਹੀ ਹੋਵੇ। ਹਾਂਜੀ ਨਹੀਂ, ਓਨੈਸਟਲੀ ਮੈਂ ਟਾਈਮ ਬੜੀ ਫਾਸਟ ਜਾ ਰਿਹਾ, ਬੜੀਆਂ ਗੱਲਾਂ ਕਰਨੀਆਂ। ਮੈਂ ਵੀ ਹਮੇਸ਼ਾ ਕਹਿੰਦਾ ਪਲੀਜ਼ ਤੁਸੀਂ ਕਾਲ ਕਰਿਆ ਕਰੋ, ਬੱਚਿਆਂ ਦੇ ਬਿਹਾਫ ਕਰੋ, ਉਹਨਾਂ ਨੂੰ ਜਗਾਓ। ਅੱਜ ਕੱਲ੍ਹ ਬੰਦੇ ਕਹਿੰਦੇ ਨੇ ਸਾਡੇ ਬੱਚੇ ਸੁਣਦੇ ਨਹੀਂ ਹੈ। ਬਸ ਇਹ ਵੀ ਗੱਲ ਬੜੀ ਸਹੀ ਹੈਗੀ ਹੈ ਕਿ ਬੱਚੇ ਦਾ ਆਪਣਾ ਮਾਈਂਡ ਹੈਗਾ ਹੈ। ਉਹਨਾਂ ਨੂੰ ਲੱਗਦਾ ਮੇਰੇ ਫਾਦਰ ਨੂੰ ਕੀ ਪਤਾ ਹੈਗਾ ਜਿੰਨਾ ਮੈਨੂੰ ਪਤਾ, ਉਹ ਜਿੰਨਾ ਪਿਓ ਨੂੰ ਪਤਾ। ਤੁਸੀਂ 10 ਜਨਮ ਲਾਂਗੇ, ਤੁਸੀਂ 50 ਸਾਲ ਦੇਵੋਗੇ ਤਾਂ ਵੀ ਤੁਸੀਂ ਉਹਦੇ ਪੁੱਤਰ ਰਹੋਗੇ, ਉਹਦੇ ਪਿਓ ਨਹੀਂ ਬਣ ਸਕਦੇ। ਨਹੀਂ ਭਾਜੀ, ਆਈ ਥਿੰਕ ਦਿਸ ਇਜ਼ ਟੋਟਲੀ ਐਗਰੀ, ਦਿਸ ਇਜ਼ ਬਿਟ ਆਫ ਬੋਥ, ਹੈ ਨਾ। ਕਈਆਂ ਨੂੰ ਲੱਗਦਾ ਕਿ ਯਾਰ ਸ਼ਾਇਦ ਮੈਨੂੰ ਜ਼ਿਆਦਾ ਪਤਾ, ਇਹਨਾਂ ਨੂੰ ਨਹੀਂ ਪਤਾ। ਹੁਣ ਇਹ ਬਹੁਤ ਹੈਗਾ ਯਾਰ, ਬਹੁਤ ਹੈਗਾ ਸਾਡੇ ਵਿੱਚ। ਹਾਂਜੀ, ਜਿਹੜੀ ਗੱਲ ਨਹੀਂ ਪਤਾ ਪੁੱਛ ਲਵੋ, ਕੋਈ ਸ਼ਰਮ ਵਾਲੀ ਗੱਲ ਨਹੀਂ ਹੁੰਦੀ ਯਾ there's nothing wrong being humble। ਹਾਂਜੀ, ਹੰਬਲ, ਬਿਲਕੁਲ ਯਾਰ, ਬਿਲਕੁਲ। ਜੇ ਤੁਸੀਂ ਪੁੱਛੋਗੇ ਤਾਂ ਹੀ ਕਿਊਰੀਓਸਿਟੀ ਪੈਦਾ ਹੁੰਦੀ ਹੈ। ਹੁਣ ਆਈ ਥਿੰਕ ਦਿਸ ਇਜ਼ ਵੇਅਰ ਜਿਹੜੀ ਅਸੀਂ ਇੱਕ ਰਿਸਪੌਂਸਿਬਿਲਿਟੀ ਲੈ ਕੇ ਚੱਲਦੇ ਹਾਂ, ਮੈਂ ਹੋ ਗਿਆ, ਮਨੀਸ਼, ਜਿੰਨੇ ਵੀ ਸਾਡੇ ਕੋਲੀਗਸ ਹੈਗੇ ਨੇ, ਕਈ ਵਾਰ ਜਿੱਦਾਂ ਫੋਰ ਐਗਜ਼ਾਮਪਲ ਵਿਸਾਖੀ ਟ੍ਰਫਾਲਗਰ ਸਕੁਏਅਰ ਅਸੀਂ ਲਾਸਟ ਈਅਰ ਸੀਗੇ ਉੱਥੇ। the whole point of going in there, just
engaging with the gatekeepers, having that conversation. ਹੁਣ ਆਪਾਂ ਨੂੰ ਕਈ ਵਾਰ ਕਹਿੰਦੇ ਨੇ ਉਹ ਇੰਡੀਅਨ ਆਰਮੀ ਇੱਥੇ ਹੀ ਕਰਦੀ ਪਈ ਹੈ, ਚਲੋ ਕੋਈ ਗੱਲ ਨਹੀਂ, ਠੀਕ ਹੈ, ਐਟਲੀਸਟ ਤੁਸੀਂ ਸਾਡਾ ਕਨੈਕਸ਼ਨ ਤਾਂ ਕਨੈਕਟ ਤਾਂ ਹੋਏ ਹੋ। ਉਹ ਫਿਰ ਅਸੀਂ ਉਸ ਓਪਰਚੁਨਿਟੀ ਨੂੰ ਯੂਟੀਲਾਈਜ਼ ਕਰਦੇ ਹਾਂ, ਫਿਰ ਦੈਨ ਗੱਲਬਾਤ ਕਰਕੇ ਉਹਨਾਂ ਦਾ ਮਾਈਂਡਸੈਟ ਚੇਂਜ ਕਰੀਦਾ। ਇਟ ਇਜ਼ ਅ ਹਾਰਡ ਵਰਕ। ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਇਟਸ ਗੋਇੰਗ ਟੂ ਬੀ ਵੈਰੀ ਕੁਇਕ ਫਿਕਸ, ਬਟ people like you, people like us needs to put constant effort in, regardless of the results ਦੇ ਨਾ ਵੀ ਰਿਜ਼ਲਟਸ ਕੀ ਆਉਂਦਾ ਜਾਂ ਕਿੰਨਾ ਕੁ ਇੰਪੈਕਟ ਪੈਂਦਾ। I think we still have to keep going, we still have to try ਸਰਦਾਰ ਕਮਿਊਨਿਟੀ ਬੜੀ ਹੰਬਲ, ਬੜੀ ਪੋਲਾਈਟ, ਬੜੀ ਹੈਲਪਫੁਲ ਮੰਨੀ ਗਈ ਹੈ। ਜਿੱਥੇ ਸਾਨੂੰ ਵਾਰੀਅਰ ਬਣਨਾ ਪੈਂਦਾ ਸੀ ਵਾਰੀਅਰ ਵੀ ਬਣ ਜਾਂਦੇ ਹੈਗੇ ਆ। ਇਹ ਕਹਿੰਦੇ ਆ ਗੱਲਾਂ ਜਿਹੜੇ ਪੁਰਾਣੇ ਨੇ ਸੈਕਰੀਫਾਈਸ ਕੀਤੇ ਵਰਲਡ ਵਾਰ 1 2 'ਚ ਜਿਹੜੇ ਰਹੇ ਕਰ ਰਹੇ ਨੇ, ਉਹਨਾਂ ਦੇ ਐਗਜ਼ਾਮਪਲਾਂ ਦਾ ਉਹ ਤੁਸੀਂ ਖੁਦ ਆਣ ਕੇ ਕਰੋ ਚੀਜ਼ ਫੋਲੋ ਕਰੋ ਉਹਨੂੰ। ਹਰ ਇੱਕ ਚੀਜ਼ ਹਿਸਟਰੀ ਹੁੰਦੀ ਭਾਜੀ। ਬੜੀ ਬਹਾਦਰ ਕੌਮ ਹੈ ਯਾਰ, ਬਹੁਤ ਬਹਾਦਰ ਹੈ। ਹੁਣ ਉਹਨਾਂ ਨੇ ਜੋ ਲੈਗੇਸੀ ਕ੍ਰੀਏਟ ਕੀਤੀ, ਅਸੀਂ ਉਸ ਚੀਜ਼ ਨੂੰ ਕੈਰੀ ਕਰ ਰਹੇ ਹਾਂ। ਹੁਣ ਜੋ ਸਾਡੀ ਲੈਗੇਸੀ ਹੋਏਗੀ ਅੱਗੇ ਯੰਗਰ ਜਨਰੇਸ਼ਨ ਵੀ ਤਾਂ ਚਾਹੀਦੀ ਹੈ। ਹੁਣ ਜੇ ਆਪਾਂ ਨੰਬਰਸ ਦੀ ਗੱਲ ਕਰੀਏ, ਹੁਣ ਆਈ ਥਿੰਕ ਇਜ਼ ਅਬਾਊਟ 270 ਸਿੱਖ ਸੋਲਜਰਸ ਇਨ ਦੀ ਆਰਮੀ। ਅੱਛੇ ਦੇ ਹੈਗੇ ਹੈ। ਹਾਂਜੀ, ਜੇ ਤੁਸੀਂ ਓਵਰਆਲ ਨੰਬਰ ਦੀ ਗੱਲ ਕਰੋ ਤਾਂ ਇਟਸ ਅਬਾਊਟ 72 to 73,000 ਜਿਹੜੀ ਟੋਟਲ ਨੰਬਰ ਹੈਗੀ ਆਰਮੀ। ਵੈਰੀ ਨਾਈਸ। ਤੇ ਉਹਦੇ ਮੁਕਾਬਲੇ ਤਾਂ ਆਪਣੀ ਪਰਸੈਂਟੇਜ ਕੁਝ ਵੀ ਨਹੀਂ ਹੈਗੀ, ਦਿਖਾਈ ਨਹੀਂ ਦੇ ਰਹੀ। ਹਾਂਜੀ। ਔਰ ਜੇ ਤੁਸੀਂ ਇਹੀ ਬਾਕੀ ਜਿਹੜੇ ਮਾਈਨੋਰਟੀਜ਼ ਨੇ ਉਹਨਾਂ ਦੇ ਦੇਖੋ, ਉਹਨਾਂ ਦੇ ਰਿਪਰੈਜ਼ੈਂਟੇਸ਼ਨ ਵੇ ਮੋਰ ਹਾਇਰ ਦੈਨ ਸਿੱਖ ਸੋਲਜਰਸ। ਸੋ ਉਹੀ ਤਾਂ ਮੈਂ ਦੈਟਸ ਦ ਹੋਲ ਪੁਆਇੰਟ ਕਿ ਵੀ ਨੀਡ ਟੂ ਮੇਕ ਅਵੇਅਰ, ਐਜੂਕੇਟ, connect and educate and inform and inspire. That's sort of like theme line we're going with. We can connect with the parents if they have any questions, we can educate them, we can inspire their generations. ਹਾਂਜੀ ਜੋ ਵੀ। ਥੈਂਕ ਯੂ ਭਾਜੀ, ਸੋਚ ਬੜੀ ਫਾਸਟ ਜਾ ਰਿਹਾ, ਬੜੀ ਗੱਲਾਂ ਕਰਨੀਆਂ ਸੀਗੀਆਂ। ਮੈਂ ਹਰ ਦਫਾ ਕਹਿ ਦਿੰਦਾ, ਕਈ ਦਫਾ ਜਾਣੇ ਗੱਲ ਕੀਤੀ ਜਾਂਦੀ ਹੈ। ਮੈਂ ਜਦੋਂ ਕੋਈ ਗੱਲ ਕਰਦਾ ਬੱਚੇ ਜਾਂ ਪੇਰੈਂਟਸ ਦੀ, ਮੇਰਾ ਅਫੈਂਡ ਕਰਨ ਦਾ ਨਹੀਂ ਹੈਗਾ, ਮੈਂ ਮਾਫੀ ਚਾਹਾਂਗਾ ਕੋਈ ਜਾਣੇ ਗਲਤ ਅਲਫਾਜ਼ ਯੂਜ਼ ਕੀਤੇ ਜਾਂਦੇ ਨੇ। ਹਮੇਸ਼ਾ ਸਪੋਰਟ ਕਰਿਆ ਕਰੋ, ਆਪਣੀ ਫੀਡਬੈਕ ਦਿਆ ਕਰੋ, ਤੁਹਾਨੂੰ ਕਿੱਦਾਂ ਦੇ ਸ਼ੋਅ ਅੱਛੇ ਲੱਗਦੇ ਨੇ। ਹਮੇਸ਼ਾ ਇੰਸਪਾਇਰਿੰਗ, ਐਜੂਕੇਸ਼ਨਲ ਹੁੰਦੇ ਨੇ, ਬੜੇ ਇੰਟੈਲੈਕਚੁਅਲ ਗੈਸਟ ਮੇਰੇ ਲੈ ਕੇ ਆਉਣਾ। ਅਤੇ ਸਭ ਜਿਹਦੇ ਮੈਂ ਤੁਹਾਡਾ ਰੀਅਲੀ ਐਪਰੀਸ਼ੀਏਟ ਕਰਦਾ ਕਿ ਤੁਸੀਂ ਬੜੀ ਦੂਰੋਂ ਆਏ ਹੋ ਐਫਰਟ ਕਰਕੇ। ਅਤੇ ਜਿਹੜੀ ਆਪਾਂ ਐਫਰਟ ਕਰਦੇ ਹਾਂ, ਮੈਂ ਕੁਛ ਜ਼ੋਰ ਲਗਾਇਆ, ਤੁਸੀਂ ਲਗਾਇਆ, ਮੈਂ ਉਮੀਦ ਰੱਖਦਾ ਕੁਛ ਨਾ ਕੁਛ ਅੱਧਾ ਨਤੀਜਾ ਨਿਕਲੇ। ਬਿਲਕੁਲ ਭਾਜੀ। ਨੋ, ਥੈਂਕ ਯੂ ਵੈਰੀ ਮਚ ਫॉर ਗਿਵਿੰਗ ਦੀ ਓਪਰਚੁਨਿਟੀ। ਨਹੀਂ, ਮੋਰ ਦੈਨ ਹੈਪੀ ਭਾਜੀ, ਤੁਸੀਂ ਡਿਜ਼ਰਵ ਕਰਦੇ ਹੋ, ਤੁਸੀਂ ਅਰਨ ਕੀਤਾ ਹੋਇਆ ਓਨੈਸਟਲੀ, ਐਂਡ ਇਟਸ ਸੱਚ ਅ ਪ੍ਰਾਊਡ ਮੂਮੈਂਟ। ਕਈ ਦਫਾ ਬੰਦਾ ਕਿਸੇ ਨੇ ਬੈਠੇ ਨੇ ਮੇਰੇ ਵਰਗੇ ਬਥੇਰੇ, ਮੈਂ ਟੈਲੀਵਿਜ਼ਨ 'ਤੇ ਜਾਣਾ, ਉਹਨਾਂ ਨੂੰ ਕੋਈ ਪੁੱਛਦਾ ਨਹੀਂ ਹੈ। ਜਿਹੜੇ ਤੁਸੀਂ ਹੈਗੇ ਤੁਹਾਨੂੰ ਅਸੀਂ ਇਨਵਾਈਟ ਕਰਦੇ ਹਾਂ। ਡਿਫਰੈਂਸ ਦੇਖੋ ਤੁਸੀਂ। ਨਹੀਂ, ਬਿਲਕੁਲ ਭਾਜੀ। ਔਰ ਇੱਕ ਕਹਿ ਲਓ ਵੀ ਟੀਮ ਐਫਰਟ ਹੈਗਾ, ਟੀਮ ਐਫਰਟ ਹੈਗਾ ਪੁਸ਼ ਕਰਨ ਦਾ, ਐਂਡ ਵੀ ਵਿਲ ਕੀਪ ਡੂਇੰਗ ਦੈਟ। ਬਹੁਤ ਪਲੀਜ਼ ਹਮੇਸ਼ਾ ਐਵਰੀ ਮੰਡੇ ਸਾਡਾ ਸ਼ੋਅ 9:30 ਤੋਂ 10:30 ਹੁੰਦਾ ਹੈ। ਐਂਡ ਨੈਕਸਟ ਵੀਕ ਤੋਂ ਪਹਿਲਾਂ ਮੁਲਾਕਾਤ ਹੋਣ ਤੋਂ ਪਹਿਲਾਂ ਕੱਲ੍ਹ ਸੁਬਾਹ 11 ਵਜੇ ਡਾਕਟਰ ਰਾਜ ਦਾ ਸ਼ੋਅ ਹੋਏਗਾ। ਉਹਦੇ 'ਤੇ ਵੀ ਤੁਸੀਂ ਉਹ ਮੈਂ ਕਦੇ ਨਹੀਂ ਕਹਿੰਦਾ ਦੇਖਿਆ ਕਰੋ, ਕਿਉਂਕਿ ਲੋਕੀ ਬੇਸ਼ੁਮਾਰ ਬਿਮਾਰ ਆ ਉਹ ਦੇਖਦੇ ਉੱਥੇ ਮੈਂ ਕਦੇ ਨਹੀਂ ਕਿਹਾ ਵਾਹਿਗੁਰੂ ਕਹਿੰਦਾ ਕਿ ਤੁਸੀਂ ਸ਼ੋਅ ਦੇਖਿਆ ਕਰੋ ਟਿਊਜ਼ਡੇ ਨੂੰ, ਕਿਉਂਕਿ ਲੋਕੀ ਦੇਖਦੇ ਨੇ। ਉੱਥੇ ਲਾਈਨਾਂ ਖੋਲ੍ਹੇ ਦੀਆਂ, ਫੋਨ ਤੇ ਫੋਨ ਬੜੇ ਲੋਕੀ ਗਿਲਾ ਕਰਦੇ ਨੇ ਕਿ ਜੀ ਤੁਸੀਂ ਸਾਡਾ ਫੋਨ ਨਹੀਂ ਚੱਕਿਆ। ਚਲੋ ਐਨੀਵੇ, ਥੈਂਕ ਯੂ ਸੋ ਮਚ। ਮੈਂ ਬਹੁਤ ਤੁਹਾਡਾ ਸ਼ੁਕਰਾਨਾ ਕਰਦੇ ਹਾਂ। ਨੈਕਸਟ ਵੀਕ ਮੁਲਾਕਾਤ ਹੋਗੀ ਪਹਿਲਾਂ ਸੁਬਾਹ 11 ਵਜੇ। ਅੱਗੇ ਤੱਕ ਤੁਹਾਡਾ ਰੱਬ ਰਾਖਾ, ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।